रेडियो इंडिया KRPA 1110 AM ਦੇ ਸਰੋਤਿਆਂ ਨੂੰ ਸੁਖਜੀਤ ਮਾਂਗਟ ਵੱਲੋਂ ਸਤਿ ਸ਼੍ਰੀ ਅਕਾਲ। 5 ਜੁਲਾਈ 2022 ਪ੍ਰੋਗਰਾਮ ਪੰਜਾਬੀ ਆਵਾਜ਼ 'ਚ ਤੁਹਾਡਾ ਸਵਾਗਤ ਹੈ। ਇਹ ਪ੍ਰੋਗਰਾਮ ਮੰਡੇ ਟੂ ਫਰਾਈਡੇ ਯਾਨੀ ਕਿ ਹਫ਼ਤੇ ਦੇ 5 ਦਿਨ ਤੁਹਾਡੇ ਲਈ ਪੇਸ਼ ਕੀਤਾ ਜਾਂਦਾ ਹੈ ਡਾਕਟਰ ਸ਼ਿੰਦਰ ਪੁਰੇਵਾਲ ਤੇ ਮੇਰੇ ਵੱਲੋਂ। ਦੁਨੀਆ ਭਰ 'ਚ ਸਾਡੇ ਪ੍ਰੋਗਰਾਮ ਤੁਸੀਂ ਸੁਣ ਸਕਦੇ ਹੋ radioindia.ca ਤੇ। US ਤੇ ਕੈਨੇਡਾ 'ਚ ਸਾਡੇ ਪ੍ਰੋਗਰਾਮ ਸੁਣੇ ਜਾ ਸਕਦੇ ਆ KRPA 1110 AM ਤੇ। स्टूडियो का नंबर है 6045929191 604 592 9191। स्वागत करते हैं डॉक्टर शिंदर पुरेवाल जी का। डॉक्टर साहब प्रोग्राम च तुहाडा स्वागत है जी। गुड मॉर्निंग। गुड मॉर्निंग डॉक्टर साहब, गलबात का सिलसिला शुरू करते हैं। ज्यादातर इमिग्रेंट्स के पासपोर्ट के फर्स्ट नेम ते 3 वारी XX लिखिया हुंदा। ਇਹ ਮਾਮਲਾ ਹੁਣ ਉਦੋਂ ਸਾਹਮਣੇ ਆਇਆ ਜਦੋਂ ਸਫਾ ਜਮਾਲੂਦੀਨ ਖਾਨ ਨਾਮਕ ਦੀ ਔਰਤ ਦੇ ਨਾਲੇ ਹੋਇਆ ਤੇ ਕਿਹਾ ਜਾ ਰਿਹਾ ਤੇ ਡਿਸਕਸ਼ਨ ਹੋ ਰਹੀ ਆ ਕਿ ਇਹ ਸਿੱਧਾ ਡਿਸਕ੍ਰਿਮੀਨੇਸ਼ਨ ਦਾ ਮਾਮਲਾ ਲੱਗਦਾ। ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਸਿਸਟੈਮਿਕ ਜਿਹੜੀ ਡਿਸਕ੍ਰਿਮੀਨੇਸ਼ਨ ਹੈਗੀ ਆ ਇਮੀਗ੍ਰੈਂਟਸ ਦੇ ਨਾਲ ਇੱਥੇ ਵੀ ਹੋ ਰਹੀ ਆ। ਸਭ ਤੋਂ ਪਹਿਲਾਂ ਤਾਂ ਆਪਣੇ ਸਰੋਤਿਆਂ ਨੂੰ ਤੁਸੀਂ ਇਸ ਪੂਰੇ ਮਸਲੇ ਬਾਰੇ ਦੱਸੋ ਕਿ ਪੂਰਾ ਮਸਲਾ ਹੈ ਕੀ ਸੀ। ਜਿਹੜਾ ਮਸਲਾ ਇਹ ਹੈਗਾ ਸਫਾ, ਜਿੱਦਾਂ ਤੁਸੀਂ ਕਿਹਾ ਉਹਦਾ ਨਾਂ ਸਫਾ ਜਮਾਲੂਦੀਨ ਖਾਨ ਕੁੜੀ ਆ। ਉਹਨੇ ਕੈਨੇਡੀਅਨ ਸਿਟੀਜ਼ਨ ਹੈ, ਕੈਨੇਡੀਅਨ ਪਾਸਪੋਰਟ ਲਿਆ ਤਾਂ ਉਹਦਾ ਪਹਿਲਾਂ ਤੁਸੀਂ ਦੇਖੋ ਸਾਰਾ ਨਾਂ ਸੁਣ ਕੇ ਦੇਖੋ ਨਾ, ਸਫਾ ਜਮਾਲੂਦੀਨ ਖਾਨ। ਹਾਂਜੀ, ਉਹ ਸਾਨੂੰ ਤਾਂ ਦੀਦਾ ਵੀ ਉਹਦਾ ਫਸਟ ਨਾਂ ਵੀ ਹੈਗਾ ਆ ਤਾਂ ਲਾਸਟ ਨਾਂ ਵੀ ਹੈਗਾ, ਪਰ ਕੈਨੇਡੀਅਨ ਡਾਟਾ ਐਂਟਰੀ ਜਿੱਥੇ ਪਾਸਪੋਰਟ ਬਣਦੇ ਆ ਉਹਨਾਂ ਦੇ ਕੋਲ ਇਦਾਂ ਦੇ ਬੰਦੇ ਆ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੋਣਾ ਇਹਦੇ ਵਿੱਚ ਪਹਿਲਾ ਨਾਂ ਕਿਹੜਾ ਹੈ ਤਾਂ ਆਖਰੀ ਨਾਂ ਕਿਹੜਾ, ਸਰਨਾਮ ਕਿਹੜਾ ਹੈ। ਉਹਨਾਂ ਨੇ ਪਾਸਪੋਰਟ ਤੇ ਉਹਦਾ ਸਾਰਾ ਹੀ ਸਰਨਾਮ ਲਿਖ ਦਿੱਤਾ। ਫਸਟ ਨੇਮ ਦੀ ਜਗ੍ਹਾ ਤੇ ਖਾਲੀ ਫਸਟ ਨਾਂ। ਜਦੋਂ ਤੁਹਾਡਾ ਫਸਟ ਨਾਂ ਨਾ ਹੋਵੇ ਫਿਰ ਉਹ XXX ਪਾਉਂਦੇ ਆ। ਹਾਂਜੀ, ਉਹਦੇ ਉੱਤੇ। ਹੁਣ ਇਹਦੇ ਤੇ ਥੋੜੀ ਜਿਹੀ ਜਦੋਂ ਵੀ ਕਿਤੇ 에ਅਰਪੋਰਟ ਤੇ ਜਾਂਦੀ ਆ ਉਹ, ਕਿਸੇ ਵੀ ਕਿਤੇ ਲੰਡਨ ਗਈ ਜਾਂ ਫਰਾਂਸ ਗਈ ਹੋਵੇ, ਜਰਮਨੀ ਗਈ ਹੋਵੇ, ਤਾਂ ਉੱਥੇ ਉਹਨੂੰ ਵੱਖਰਾ ਕਰ ਲੈਂਦੇ ਵੀ ਤੂੰ ਕੌਣ ਆ ਜਿਹਦੇ ਕੋਲ ਫਸਟ ਨਾਂ ਹੀ ਹੈ ਨਹੀਂ, ਤੇਰੇ ਤੋਂ ਬਾਕੀ ਆਈਡੀ ਦਿਖਾ। ਉਹ ਕਹਿੰਦੀ ਮੈਨੂੰ ਇੰਨੀਆਂ ਤਕਲੀਫਾਂ ਝੱਲਣੀਆਂ ਪਈਆਂ ਇਸ ਗੱਲ ਕਰਕੇ ਵੀ ਮੈਂ ਇਹਨਾਂ ਨੂੰ ਦੱਸਿਆ ਵੀ ਮੇਰਾ ਫਸਟ ਨਾਂ ਕੀ ਆ, ਲਾਸਟ ਨਾਂ ਕੀ ਆ, ਪਰ ਇਹਨਾਂ ਨੇ ਸਾਰਾ ਹੀ ਮੇਰਾ ਲਾਸਟ ਨਾਂ ਲਿਖ ਦਿੱਤਾ, ਫਸਟ ਨਾਂ ਲਿਖਿਆ ਹੀ ਨਹੀਂ। ਇਹ ਮਸਲਾ ਤਾਂ ਇਹ ਹੈਗਾ। ਹਾਂਜੀ, ਹੁਣ ਇਹ ਸਿਸਟੈਮਿਕ ਡਿਸਕ੍ਰਿਮੀਨੇਸ਼ਨ ਅੱਜ ਦਾ ਨਹੀਂ ਹੈ। ਅੱਜ ਕੱਲ ਰੌਲਾ ਤਾਂ ਪਾਉਂਦੇ ਆ ਅਸੀਂ ਖਤਮ ਕਰ ਦੇਣਾ, ਖਤਮ ਨਹੀਂ ਹੋਇਆ। ਇਹ ਇੱਥੋਂ ਸਾਫ਼ ਨਜ਼ਰ ਆਉਂਦਾ। ਹਾਂਜੀ, ਇਹ ਐਗਜ਼ਾਮਪਲ ਆ। ਇੱਥੇ ਇੱਕ ਜ਼ਮਾਨਾ ਹੁੰਦਾ ਸੀ ਜਦੋਂ ਐਂਗਲੋ ਸੈਕਸਨ ਆਫਿਸਰ ਸਿਰਫ ਉਹੀ ਹੁੰਦੇ ਸੀ ਇਮੀਗ੍ਰੇਸ਼ਨ ਦੇ ਵਿੱਚ। ਉਹਨਾਂ ਨੇ ਜਦੋਂ ਵੀ ਕੋਈ ਬੰਦਾ ਆਉਣਾ, ਈਸਟਰਨ ਯੂਰਪ ਤੋਂ ਵੀ ਜਿਹੜੇ ਆਉਂਦੇ ਸੀ, ਹਾਲਾਂਕਿ ਈਸਟਰਨ ਯੂਰਪ ਵਾਲਿਆਂ ਨੂੰ ਚਿੱਟੇ ਕਰਕੇ ਜ਼ਿਆਦਾ ਪਸੰਦ ਕਰਦੇ ਆ, ਪਰ ਉਹਨਾਂ ਦੇ ਨਾਂ ਵੱਖਰੇ ਵੱਖਰੇ ਆ ਨਾ, ਨਾਂ ਲੰਬੇ ਲੰਬੇ ਆ। ਉਹਨਾਂ ਨੂੰ ਕਹਿੰਦੇ ਹੁੰਦੇ ਸੀ ਵੀ ਤੂੰ ਆਪਣਾ ਨਾਂ ਕੋਈ ਐਂਗਲੋ ਸੈਕਸਨ ਰੱਖ, ਜਿਹੜਾ ਇਹ ਜਿਹਦਾ ਹੈ ਬ੍ਰਿਟਿਸ਼ ਨਾਂ ਰੱਖ। ਨਾਂ ਤੇ ਬਹੁਤ ਰੌਲਾ ਪਿਆ ਸੀ ਇੱਥੇ ਪੰਜਾਬ, ਆਪਣੇ ਕੈਨੇਡਾ ਦੇ ਵਿੱਚ ਖਾਸ ਤੌਰ ਤੇ ਉਹਨਾਂ ਤੇ ਪ੍ਰੈਸ਼ਰ ਪਾ ਕੇ ਬਹੁਤੇ ਆਫੀਸਰ ਆਪਣੇ ਆਪ ਹੀ ਨਾਂ ਲਿਖ ਦਿੰਦੇ ਸੀ। ਤੇ ਮੈਨੀਟੋਬਾ ਦਾ ਇੱਕ ਪ੍ਰੀਮੀਅਰ ਹੁੰਦਾ ਸੀ ਸਾਡਾ, ਉਹ ਈਸਟਰਨ ਯੂਰਪ ਤੋਂ ਆਏ ਸੀ ਵੈਸੇ, ਤਾਂ ਉਹਨਾਂ ਦਾ ਲਾਸਟ ਜਿਹੜਾ ਨਾਂ ਸੀ ਉਹ ਸੀਗਾ ਬ੍ਰਿਟਿਸ਼। ਕਿਸੇ ਪੱਤਰਕਾਰ ਨੇ ਬਾਅਦ ਦੇ ਵਿੱਚ ਜਦੋਂ ਪ੍ਰੀਮੀਅਰ ਬਣ ਕੇ ਹਟ ਚੁੱਕੇ ਸੀ ਫੇਰ ਪੁੱਛਿਆ ਵੀ ਤੁਸੀਂ ਇੰਗਲੈਂਡ ਤੋਂ ਕਿੱਥੋਂ ਆ, ਫੈਮਿਲੀ ਆਈ? ਉਹ ਕਹਿੰਦਾ ਇੰਗਲੈਂਡ ਤੋਂ ਨਹੀਂ ਆਏ, ਅਸੀਂ ਤਾਂ ਆਏ ਹਾਂ ਈਸਟਰਨ ਯੂਰਪ ਤੋਂ। ਕਹਿੰਦਾ ਜਦੋਂ ਅਸੀਂ ਆਏ ਸੀ ਉਦੋਂ ਸਾਡੇ ਨਾਂ ਹੁੰਦੇ ਸੀ ਲੋਰਾਂ ਡਬਜ਼ਿੰਸਕੀ, ਫਲਾਨਾ ਡਬਜ਼ਿੰਸਕੀ, ਨਕੀਤਾ ਖਰੁਸ਼ਚੋਵ, ਇੱਦਾਂ ਦੇ ਨਾਂ ਹੁੰਦੇ ਈਸਟਰਨ ਯੂਰਪ ਦੇ ਵਿੱਚ। ਤਾਂ ਉਹ ਇਹਨਾਂ ਨੂੰ ਲਿਖਣੇ ਨਹੀਂ ਸੀ ਆਉਂਦੇ ਜਾਂ ਇਹਨਾਂ ਨੂੰ ਪ੍ਰੋਨਾਊਂਸ ਨਹੀਂ ਸੀ ਕਰਨੇ ਆਉਂਦੇ ਹੁੰਦੇ। ਇਹ ਹਮੇਸ਼ਾ ਹੀ ਕਹਿੰਦੇ ਹੁੰਦੇ ਸੀ ਐਂਗਲਿਸਾਈਜ਼ ਕਰ ਇਹਨੂੰ, ਤੇ ਆਪਣੇ ਕੋਲੋਂ ਹੀ ਨਾਂ ਦੇ ਦਿੰਦੇ ਸੀ। ਉਹ ਕਹਿੰਦੇ ਕਿ ਮੇਰਾ ਨਾਂ ਵੀ ਇਹਨਾਂ ਨੇ, ਅਫਸਰਾਂ ਨੇ ਆਪਣੇ ਆਪ ਹੀ ਲਿਖਿਆ ਸੀ। ਇੱਕ ਇੱਥੇ ਚਾਈਨਾ ਤੋਂ ਲੜਕੀ ਤਾਂ ਨਹੀਂ, ਮਤਲਬ ਔਰਤ ਆਈ ਸੀ, ਉਹ ਦੱਸਦੀ ਸੀ ਆਪਣੇ ਬਾਰੇ, ਸੈਂਡਰਾ ਵਾਈ ਕਿਨ ਉਹਦਾ ਨਾਂ ਸੀ।
WEI ਨਾ Y ਜਿੱਦਾਂ ਹੀ ਲਿਖਦੇ ਚਾਈਨੀਜ਼ ਲਿਖਦੇ। ਸੈਂਡਰਾ ਉਹਨੇ ਆਪਣਾ ਉੱਥੇ ਕਹਿੰਦੀ ਚਾਈਨਾ 'ਚ ਹੀ ਅਸੀਂ ਕ੍ਰਿਸਚੀਅਨ ਸੀ, ਇਸ ਕਰਕੇ ਕ੍ਰਿਸਚੀਅਨ ਨਾਂ ਰੱਖਿਆ ਹੋਇਆ ਸੀ ਉਹਨੇ, ਸੈਂਡਰਾ ਵਾਈ ਕਿਨ KIN। ਤੇ ਉਹ ਕਹਿੰਦੀ ਕਿ ਜਿਹੜਾ ਆਫੀਸਰ ਸੀ ਬੈਠਾ ਇਮੀਗ੍ਰੇਸ਼ਨ, ਉਹਨੂੰ ਪਤਾ ਨਹੀਂ ਉਹ ਕੀ ਤਕਲੀਫ ਸੀ, ਉਹ ਕਹਿੰਦਾ ਨਹੀਂ ਇਦਾਂ ਨਹੀਂ, ਸੈਂਡਰਾ ਵਿਲਕਿੰਗ ਲਿਖ ਦਿੰਦੇ। ਉਹਨੇ ਆਪਣੇ ਹਿਸਾਬ ਨਾਲ ਚੇਂਜ ਹੀ ਕਰਤਾ, ਆਪਣੇ ਹਿਸਾਬ ਨਾਲ ਚੇਂਜ ਕਰਦਾ। ਤੇ ਮੈਂ ਉਹਨੂੰ ਪੁੱਛਦਾ ਸੀ, ਮੇਰਾ ਸਵਾਲ ਇਹ ਸੀ, ਮੈਂ ਕਿਹਾ ਵਿਲਕਿੰਗ ਕਿੱਥੇ ਰਹਿੰਦੇ ਹੁੰਦੇ ਚਾਈਨਾ 'ਚ? ਉਹ ਕਹਿੰਦੀ ਅਸੀਂ ਕਿਤੇ ਵੀ ਨਹੀਂ ਰਹਿੰਦੇ, ਮੇਰਾ ਨਾਮ ਹੈਗਾ ਵਾਈਕਿਨ, ਤੇ ਇਹ ਕਿਸੇ ਇਮੀਗ੍ਰੇਸ਼ਨ ਆਫੀਸਰ ਨੇ ਲਿਖ ਦਿੱਤਾ, ਤੇ ਉਹਦਾ ਕਰਕੇ ਸਾਰੀ ਉਮਰ ਹੀ ਉਹੀ ਨਾਂ ਲਾਸਟ ਨਾਲ ਰਿਹਾ ਵਿਲਕਿੰਗ। ਇਹ ਬ੍ਰਿਟਿਸ਼ ਨਾਂ ਹੈ। ਤੇ ਅੱਜ ਕੱਲ ਚਲੋ ਜਿਹੜੇ ਸਾਡੇ ਹੈਰੀਟੈਰੀ ਜੈਰੀ ਆਉਂਦੇ ਆ, ਇਹ ਤਾਂ ਗੁਲਾਮੀ ਇਹਨਾਂ ਦੀ ਇੰਨੀ ਮਾੜੀ ਹੋ ਚੁੱਕੀ ਆ ਕਿ ਈਵਨ ਗੁਲਾਮ ਵੀ ਕਾਲੇ ਲੜੇ ਆ ਆਪਣੇ ਲਾਸਟ ਨਾਂ ਲਈ, ਆਪਣੇ ਫਸਟ ਨਾਂ ਲਈ। ਇਹ ਤਾਂ ਚਲੋ ਉੱਥੋਂ ਵੈਨਕੂਵਰ ਤੋਂ ਆਉਂਦੇ ਆ, ਏਅਰਪੋਰਟ ਤੋਂ ਉਤਰ ਕੇ ਮੇਰਾ ਖਿਆਲ ਕੋਈ ਰਾਹ ਦੇ ਵਿੱਚ ਪਤਾ ਨਹੀਂ ਕੀ ਹੋ ਜਾਂਦਾ, ਰਾਹ 'ਚ ਹੀ ਆਉਂਦੇ ਆਪਣਿਆਂ ਨੂੰ ਹੈਰੀ ਬਣ ਜਾਂਦੇ ਆ। ਹਾਂਜੀ, ਜਦੋਂ ਇਹ ਤਾਂ ਹੈਗੀ ਹੈ ਗੁਲਾਮੀ ਦੀ ਨਿਸ਼ਾਨੀ। ਹਾਂਜੀ, ਪਰ ਬਹੁਤੇ ਲੋਕਾਂ ਨੂੰ ਇਮੀਗ੍ਰੇਸ਼ਨ ਅਫੀਸ਼ੀਅਲਸ ਇਦਾਂ ਕਰਦੇ ਸੀ ਜੀ, ਉਹਨਾਂ ਨੂੰ ਦੱਸਦੇ ਸੀ ਕਿ ਤੁਹਾਡਾ ਲਾਸਟ ਨਾਂ ਠੀਕ ਨਹੀਂ ਹੈ, ਤੁਹਾਡਾ ਫਸਟ ਨਾਂ ਠੀਕ ਨਹੀਂ ਹੈ। ਹੁਣ ਇੱਕ ਗੱਲ ਤਾਂ ਠੀਕ ਕਰਦੇ ਆ ਕਿ ਕੋਸ਼ਿਸ਼ ਕਰਦੇ ਕਿ ਜਿਹੜਾ ਕੋਈ ਇੰਡੀਆ ਤੋਂ ਆਵੇ, ਬਾਹਰ ਤੋਂ ਆਵੇ, ਕਿ ਤੁਸੀਂ ਲਾਸਟ ਨਾਂ ਜ਼ਰੂਰ ਲਿਖੋ। ਹਾਂਜੀ, ਕਿਉਂਕਿ ਉਹਦੇ ਨਾਲ ਉਹ ਘੱਟ ਹੋ ਜਾਂਦੇ ਆ ਨੰਬਰ ਜੀ। ਹੁਣ ਜੇ ਸਿੰਘ ਹੀ ਲਿਖਣਾ ਹੋਵੇ, ਹਿੰਦੁਸਤਾਨ ਦੇ ਵਿੱਚ ਤਾਂ ਉੱਥੇ 200 ਮਿਲੀਅਨ ਸਿੰਘ ਹੋਣ। ਹਾਂਜੀ, ਕਿਉਂਕਿ ਸਿੰਘ ਇਕੱਲੇ ਪੰਜਾਬ 'ਚ ਹੀ ਨਹੀਂ ਹੈ, ਸਿੰਘ ਤਕਰੀਬਨ ਜਿਹੜੇ ਖੇਤੀਬਾੜੀ ਕਰਦੇ ਆ, ਰਾਜਪੂਤ ਟਰਾਈਬ ਆ, ਜਿੰਨੇ ਹੀ ਉੱਥੇ ਜਾਟਸ ਆ, ਇਹ ਸਾਰੇ ਸਿੰਘ ਲਿਖਦੇ। ਜਿੱਦਾਂ ਨਰਸਿਮਹਾ ਰਾਓ ਕਹਿੰਦੇ ਅਸੀਂ, ਉਹ ਐਕਚੁਅਲੀ ਸਿੰਘ ਆ, ਤੇਲਗੂ ਦੇ ਵਿੱਚ ਉਹਨੂੰ ਸਿੰਘ ਕਹਿੰਦੇ, ਸ਼ੇਰ ਕਹਿੰਦੇ ਉਹਨੂੰ, ਸਿੰਮਾ ਨੂੰ। ਤੇ ਸਾਰੇ ਨਾਰਥ ਇੰਡੀਆ ਵਾਲੇ ਸਿੰਘ ਲਿਖਦੇ ਆ, ਤੇ ਉਹ ਬਹੁਤ ਜ਼ਿਆਦਾ ਸਿੰਘ ਹੋ ਜਾਣੇ। ਇਸ ਕਰਕੇ ਉਹ ਕੋਸ਼ਿਸ਼ ਕਰਦੇ ਆ ਕਿ ਤੁਸੀਂ ਆਪਣਾ ਲਾਸਟ ਨਾਂ ਲਿਖੋ। ਬਹੁਤਿਆਂ ਨੇ ਕਈਆਂ ਨੇ ਸਾਡੇ ਖਾਸ ਤੌਰ ਤੇ ਸਿੱਖੀਜ਼ਮ ਦੇ ਵਿੱਚ ਇਹ ਲਿਖਿਆ ਕਿ ਸਾਡੇ ਪਿੰਡ ਦਾ ਨਾਂ ਲਿਖ ਦੇਣਾ। ਹਾਂਜੀ, ਪਿੰਡ ਦਾ ਨਾਂ ਲਿਖ ਕੇ ਤਾਂ ਉਹ ਲਾਸਟ ਨਾਂ ਬਣ ਜਾਂਦਾ। ਬਹੁਤਿਆਂ ਨੇ ਫਿਰ ਇੱਥੇ ਆ ਕੇ ਪਤਾ ਲੱਗਦਾ ਵੀ ਲਾਸਟ ਨਾਂ ਵੀ ਲਿਖਣਾ ਜ਼ਰੂਰੀ ਆ। ਪਹਿਲਾਂ ਤਾਂ ਸਾਡੇ ਪਾਸਪੋਰਟ ਸਿੰਘ ਦੇ ਨਾਂ ਤੇ ਹੀ ਹੁੰਦੇ ਸੀ। ਹਾਂਜੀ, ਤੇ ਇੱਥੇ ਆ ਕੇ ਚੇਂਜ ਕੀਤਾ। ਪਰ ਉਹ ਜੁਦੀ ਗੱਲ ਹੈ ਕਿ ਤੁਹਾਨੂੰ ਇੱਥੇ ਆ ਕੇ ਲਾਸਟ ਨਾਂ ਪਾਉਣਾ ਪਵੇ। ਇਸ ਲੜਕੀ ਦੇ ਸਾਰੇ ਹੀ ਨਾਂ ਹੈਗੇ ਆ, ਫੇਰ ਵੀ ਉਹਦੇ ਪਛਾਣ ਹੀ ਨਹੀਂ ਸਕਦੇ ਬੰਦੇ ਕਿ ਇਹਦੇ ਵਿੱਚੋਂ ਫਸਟ ਨਾਂ ਕਿਹੜਾ ਆ, ਲਾਸਟ ਨਾਂ ਕਿਹੜਾ। ਸਾਰਾ ਲਾਸਟ ਨਾਂ ਲਿਖ ਦਿੱਤਾ ਉਹਦਾ, ਤੇ ਉਹਦੇ ਫਸਟ ਨਾਂ ਤੇ XXX ਪਾਤੀ ਹੈ। ਹੁਣ ਇਹ ਪ੍ਰੋਬਲਮ ਆ, ਉਹ ਜਿੱਥੇ ਵੀ ਜਾਣਾ, ਖਾਸ ਤੌਰ ਤੇ US ਦੇ ਵਿੱਚ ਬਹੁਤ ਕਰਦੇ ਆ, ਪਰ ਹੋਰ ਵੀ ਜਗ੍ਹਾ ਉਹਨਾਂ ਨੂੰ ਵੱਖਰੇ ਕਰ ਲੈਂਦੇ ਆ। ਜੇ ਤੇ ਕੋਈ ਅਬਨੋਰਮੈਲਿਟੀ ਹੋਵੇ ਨਾ, ਜੇ ਤੇ ਕੋਈ ਸਵਾਲੀਆ ਚਿੰਨ੍ਹ ਆਉਂਦਾ, ਕਿਸੇ ਨੇ ਪਾਸਪੋਰਟ ਲਿਆ, ਕਿਸੇ ਨੇ ਹੋਰ ID ਲਈ ਆ, ਉਹ ਜਾਂ ਕਈਆਂ ਦਾ ਕਹਿੰਦੇ ਆ ਕੰਪਿਊਟਰ, ਹਿੰਦੁਸਤਾਨ 'ਚ ਮੈਂ ਦੇਖਿਆ ਇਹਨੂੰ ਕਹਿੰਦੇ ਹੁੰਦੇ ਆ ਵੀ ਤੇਰਾ ਨਾਂ ਕੰਪਿਊਟਰ 'ਚ ਆਉਂਦਾ। ਵੀ ਕੰਪਿਊਟਰ 'ਚ ਆਉਣਾ ਹੀ ਹੈ ਜੇ ਪਾਇਆ ਤਾਂ। ਹਾਂਜੀ, ਉਹਨਾਂ ਦਾ ਮਤਲਬ ਹੁੰਦਾ ਪੈਸੇ ਦਊਂਗਾ ਤਾਂ ਕੱਢੂਗੇ। ਉਹ ਅੱਛਾ, ਉੱਥੇ ਬਹੁਤ ਬੰਦੇ ਹੈਗੇ ਆ ਜਿਹੜੇ ਇੱਥੋਂ ਜਾਂਦੇ ਆ, ਉਹਨਾਂ ਨੂੰ ਕਹਿਣ ਦਾ ਮਤਲਬ ਹੁੰਦਾ ਤੇਰਾ ਨਾਂ ਕੰਪਿਊਟਰ 'ਚ ਆਉਂਦਾ। ਮੈਂ ਕਿਹਾ ਦੱਸੋ, ਤੁਸੀਂ ਕਹਿ ਦਿਓ ਮੁੜ ਕੇ ਵੀ ਕੰਪਿਊਟਰ 'ਚ ਪਾਇਆ ਤਾਂ ਆਉਣਾ ਹੀ ਆਉਣਾ ਹੈ। ਹਾਂਜੀ, ਜੇ ਐਂਟਰ ਕੀਤਾ ਤੁਸੀਂ ਸਿਸਟਮ ਦੇ ਵਿੱਚ ਫਿਰ ਤਾਂ ਆਊਗਾ ਹੀ। ਪਰ ਉਹ ਮਤਲਬ ਹੁੰਦਾ ਵੀ ਪੈਸੇ ਕੱਢ ਤਾਂ ਤੇਰਾ ਫਿਰ ਨਾਂ ਫੇਰ ਕੱਢਾਂਗੇ ਅਸੀਂ। ਹਾਂਜੀ, ਵੈਸੇ ਜਿਹੜੀ ਡਾਕਟਰ ਸਾਹਿਬ ਇਹ ਔਰਤ ਆ ਨਾ, ਇਹਨੂੰ ਇੰਨੀ ਪਰੇਸ਼ਾਨੀ ਹੁੰਦੀ ਹੈ, ਇਹਨੂੰ ਨੋਟਰੀ ਪਬਲਿਕ ਦੇ ਕਦੇ ਜਾਣਾ ਪੈਂਦਾ, ਆਪਣੇ ਆਪ ਨੂੰ ਪ੍ਰੂਵ ਕਰਨਾ ਪੈਂਦਾ, ਇਹਨੂੰ ਆਪਣੇ ਆਪ ਨੂੰ ਦੱਸਣਾ ਪੈਂਦਾ ਕਿ ਇਹਦਾ ਫਰਸਟ ਨੇਮ ਹੈਗਾ, ਇਹਦਾ ਲਾਸਟ ਨੇਮ ਹੈਗਾ। ਦੇਖੋ, ਉਹਨਾਂ ਦੀ ਸਿਸਟੈਮਿਕ ਡਿਸਕ੍ਰਿਮੀਨੇਸ਼ਨ ਦਾ ਕਰਕੇ ਉਹਦੀ ਲਾਈਫ ਪਰੇਸ਼ਾਨ ਕਰ ਦਿੱਤੀ ਹੈ, ਔਰ ਕਿਸੇ ਨੁਮਾਇੰਦੇ ਤੋਂ ਨਹੀਂ ਜਾ ਸਕਦੀ, ਕੋਈ ਨਹੀਂ ਕਰਦਾ ਉਹਦਾ। ਵੱਖ-ਵੱਖ ਦਰਵਾਜ਼ੇ ਖੜਕਾ ਚੁੱਕੀ ਆ, ਤੇ ਉਹਦਾ ਅਜੇ ਤਾਈਂ ਕੋਈ ਸੋਲੂਸ਼ਨ ਨਹੀਂ ਲੱਭਿਆ, ਕਿਸੇ ਨੇ ਉਹਦੀ ਸੁਣਵਾਈ ਨਹੀਂ ਕੀਤੀ। ਮਤਲਬ ਕਿੰਨੀ ਸੌਖੀ ਗੱਲ ਹੈ ਜੇ ਹੁਣ ਉਹ ਕਹਿ ਰਹੀ ਹੈ ਕਿ ਮੇਰਾ ਫਸਟ ਨਾਂ ਵੀ ਹੈਗਾ, ਲਾਸਟ ਨਾਂ ਵੀ ਹੈਗਾ, ਤੁਸੀਂ ਚੇਂਜ ਕਰ ਦਿਓ, ਵੱਡੀ ਗੱਲ ਨਹੀਂ। ਹਾਂਜੀ, ਪਰ ਇਹਨੂੰ ਹੀ ਇਹ ਰਾਕਟ ਸਾਇੰਸ ਸਮਝਦੇ। ਹਾਂਜੀ, ਵੈਸੇ ਵੀ ਡਾਕਟਰ ਸਾਹਿਬ ਇਮੀਗ੍ਰੇਸ਼ਨ ਵਿਭਾਗ ਦੇ ਅਨੁਸਾਰ ਅਜਿਹੀਆਂ 9365 ਇਹੋ ਜਿਹੇ ਪਾਸਪੋਰਟ ਆ ਜਿੱਥੇ ਫਸਟ ਨਾਂ ਦੀ ਜਗ੍ਹਾ ਤੇ ਉਹਨਾਂ ਨੇ XXX ਲਿਖਿਆ ਹੋਇਆ, ਮਤਲਬ ਫਸਟ ਨਾਂ ਹੈ ਨਹੀਂ, ਮਤਲਬ ਐ ਨਹੀਂ ਹੈਗਾ ਵੀ ਸਿਰਫ ਇੱਕੋ ਹੀ ਕੇਸ ਆ। ਇਸੇ ਕਰਕੇ ਕਹਿੰਦੇ ਕਿ ਸਰਾਸਰ ਨਸਲਵਾਦ ਦਾ ਮਸਲਾ ਲੱਗਦਾ। ਦੇਖੋ, ਕੋਈ ਵੀ ਦੁਨੀਆ ਦੇ ਵਿੱਚ ਫਸਟ ਨਾਂ ਤਾਂ ਜ਼ਰੂਰ ਹੁੰਦਾ ਨਾ, ਬੱਚੇ ਦਾ ਨਾਂ ਤਾਂ ਲੈਂਦੇ ਨੇ। ਹਾਂਜੀ,
ਬੱਚੇ ਲਾਸਟ ਨਾਂ ਨਹੀਂ ਪੇਰੈਂਟਸ ਰੱਖਦੇ ਹੁੰਦੇ, ਲਾਸਟ ਨਾਂ ਤਾਂ ਉਹਨਾਂ ਨੂੰ ਮਿਲਦਾ ਆ ਸਾਡੇ ਬਜ਼ੁਰਗਾਂ ਤੋਂ, ਐਨਸੈਸਟਰ ਤੋਂ ਸਾਡਾ ਲਾਸਟ ਨਾਂ ਮਿਲਦਾ। ਹਾਂਜੀ। ਪਰ ਫਸਟ ਨਾਂ ਤਾਂ ਉਹ ਖੁਦ ਦਿੰਦੇ ਆ। ਹਾਂਜੀ। ਹਰੇਕ ਨੂੰ ਦਿੰਦੇ ਆ। ਹਾਂਜੀ। ਹਾਂ ਠੀਕ ਹੈ, ਕੋਈ ਫਸਟ ਨਾਂ ਦੇ ਨਾਲ ਖੁਸ਼ ਹੈ ਜਾਂ ਨਹੀਂ ਖੁਸ਼ ਹੈ, ਕੋਈ ਟੂਟਨ ਦਾਸ ਹੈ, ਜੁਦੀ ਗੱਲ ਹੈ। ਪਰ ਟੂਟਨ ਦਾਸ ਵੀ ਦਾ ਨਾਂ ਵੀ ਹੈ, ਪਰ ਨਾਂ ਤਾਂ ਹੈ ਨਾ। ਹਾਂਜੀ ਡਾਕਟਰ ਸਾਹਿਬ, ਨਾਂ ਤਾਂ ਹੈ ਬਿਲਕੁਲ, ਕਿ ਨਾਂ ਜੇ ਹੈਗਾ ਤਾਂ ਫਿਰ ਉਸ ਜਗ੍ਹਾ ਨੂੰ ਬਲੈਂਕ ਕਾਤੇ ਛੱਡਿਆ ਜਾਣਾ ਚਾਹੀਦਾ। ਉਸੇ ਕਰਕੇ ਇਸੇ ਤੇ ਤਾਂ ਡਿਸਕਸ਼ਨ ਹੋ ਰਹੀ ਹੈ, ਸੋਸ਼ਲ ਮੀਡੀਆ ਤੇ ਵੀ ਇਹਦੀ ਕਾਫੀ ਜ਼ਿਆਦਾ ਗੱਲਬਾਤ ਹੋਈ ਆ ਕਿ ਇਹ ਤਾਂ ਸਰਾਸਰੀ ਨਸਲਵਾਦ ਆ, ਕਿਉਂਕਿ ਇੰਨੀਆਂ ਜ਼ਿਆਦਾ ਪਾਸਪੋਰਟਸ ਦੇ ਉੱਪਰ ਇੱਕ ਫਸਟ ਨੇਮ ਨੂੰ ਤੁਸੀਂ ਜਦੋਂ ਖਾਲੀ ਛੱਡ ਦਿੰਦੇ ਹੋ ਤਾਂ ਉਸ ਬੰਦੇ ਨੂੰ ਕਿੰਨੀ ਪਰੇਸ਼ਾਨੀ ਹੁੰਦੀ ਹੈ, ਉਹਨੂੰ ਬਾਰ-ਬਾਰ ਦੱਸਣਾ ਪੈਂਦਾ ਕਿ ਮੇਰਾ ਫਸਟ ਨੇਮ ਹੈਗਾ, ਮੇਰਾ ਲਾਸਟ ਨੇਮ ਹੈਗਾ। ਪਰ ਜਿਹੜੇ ਆਫੀਸਰ ਨੇ ਇਹ ਕੀਤਾ ਸੀ, ਜਦੋਂ ਇਹ ਹਾਇਰ ਕਰਦੇ ਆ, ਇਹਨਾਂ ਨੂੰ ਉਸ ਵਕਤ ਹਾਇਰਿੰਗ ਦੇ ਸਮੇਂ ਦੇਖਣਾ ਚਾਹੀਦਾ ਕਿ ਜਿਹੜਾ ਆਫੀਸਰ ਉੱਥੇ ਬੈਠ ਕੇ ਕੰਮ ਕਰੂ ਉਹ ਕਾਬਿਲ ਹੈਗਾ ਇਹਨਾਂ ਐਪਲੀਕੇਸ਼ਨਸ ਨੂੰ, ਇਹਨਾਂ ਤੇ ਅਸੈਸ ਕਰਨ ਨੂੰ, ਇਹਨਾਂ ਨੂੰ ਦੇਖਣ ਦੇ ਲਈ। ਸਵਾਲ ਤਾਂ ਉਸ ਆਫੀਸਰ ਤੇ ਹੋਣਾ ਚਾਹੀਦਾ, ਪਰ ਇਹ ਪਰੇਸ਼ਾਨੀ ਜਿਹੜੀ ਹੈਗੀ ਹੈ ਇਸ ਔਰਤ ਨੂੰ ਭੁਗਤਣੀ ਪੈਂਦੀ ਆ। ਦੇਖੋ, ਜਦੋਂ ਜੇ ਨਹੀਂ ਵੀ ਟ੍ਰੇਨਡ ਨਾ, ਕਲਚਰਲੀ ਸੈਂਸਿਟਿਵ ਨਹੀਂ ਹੈ ਕੋਈ ਬੰਦਾ। ਹਾਂਜੀ। ਕਿਉਂਕਿ ਮਲਟੀ ਕਲਚਰਲ ਸੁਸਾਇਟੀ ਦੇ ਵਿੱਚ ਤੁਹਾਨੂੰ ਕਲਚਰਲੀ ਸੈਂਸਿਟਿਵ ਹੋਣਾ ਪੈਂਦਾ ਹੈ। ਜੀ। ਮੈਨੂੰ ਨਹੀਂ ਪਤਾ ਵੀ ਪੋਲੈਂਡ ਵਾਲਾ ਦਾ ਲਾਸਟ ਨਾਂ ਕੀ ਹੈ, ਪਰ ਮੈਨੂੰ ਸਿੱਖ ਲੈਣਾ ਚਾਹੀਦਾ, ਕੋਈ ਵੱਡੀ ਗੱਲ ਨਹੀਂ। ਹਾਂਜੀ। ਤੁਹਾਨੂੰ ਸਿਖਾਲ ਦੇਣ। ਮੈਂ ਇੱਕ ਵਾਰੀ ਕਿਸੇ ਡੀਲਰਸ਼ਿਪ ਤੇ ਗਿਆ ਤਾਂ ਉਹਦਾ ਲਾਸਟ ਨਾਂ ਕੋਈ ਈਸਟਰਨ ਯੂਰਪ ਦਾ ਲੱਗਦਾ ਸੀ। ਹਾਂਜੀ। ਮੈਂ ਲਾਸਟ ਨਾਂ ਲਿਆ ਤਾਂ ਬੜਾ, ਮੈਨੂੰ ਕਹਿੰਦਾ ਤੂੰ ਇਮੀਗ੍ਰੇਸ਼ਨ ਤਾਂ ਨਹੀਂ ਕੰਮ ਕਰਦਾ? ਮੈਂ ਕਿਹਾ ਨਹੀਂ। ਕਹਿੰਦਾ ਮੇਰਾ ਨਾਂ ਇਮੀਗ੍ਰੇਸ਼ਨ ਵਾਲੇ ਲੈ ਸਕਦੇ ਆ, ਹੋਰ ਕਿਸੇ ਨੂੰ ਲੈਣਾ ਨਹੀਂ ਆਉਂਦਾ। ਉਹ ਕਹਿੰਦਾ ਵੀ ਇਹ ਇੱਕ ਸਪੈਸ਼ਲ ਟ੍ਰੇਨਿੰਗ ਲਿੱਤੀ ਹੈ ਇਹਨਾਂ ਨੂੰ, ਉਹਨਾਂ ਨੂੰ ਨੰਬਰ ਆਫ ਦੇਖੇ ਹੋਣੇ, ਨਾਂ ਪੜ੍ਹਦੇ ਹੋਣੇ ਆ ਉਹਨਾਂ ਨੂੰ। ਉਹ ਨਾਂ ਵੀ ਬਿਲਕੁਲ ਉਲਟਾ ਜਿਹਾ ਸੀ, ਜਿਹਦਾ ਲੋਰਾਂ ਡੁਬਜ਼ਿੰਸਕੀ ਆ। ਹਾਂਜੀ। ਇਹ ਬੜਾ ਲੰਬਾ ਨਾਂ ਆ, ਬੜਾ ਔਖਾ ਨਾਂ ਆ, ਪਰ ਲਿਆ ਜਾ ਸਕਦਾ, ਕੋਈ ਵੱਡੀ ਗੱਲ ਨਹੀਂ। ਉਜਲ ਨਾਂ ਜਿਹੜਾ ਆ ਵੈਸੇ ਤਾਂ ਔਖਾ ਆ ਲੈਣਾ, ਪਰ ਟਰਾਈ ਕਰਨ ਤਾਂ ਲੈ ਹੋ ਸਕਦਾ। ਹਾਂਜੀ। ਸਾਰਾ ਨਾਲੇ ਤਤਵਿੰਦਰ ਸਿੰਘ ਲੈ ਲੈਂਦੇ। ਹਾਂਜੀ। ਇਹ ਬਹਾਨਾ ਹੁੰਦਾ, ਬਹੁਤ ਬੰਦੇ ਕਹਿੰਦੇ ਆ ਜਿਹਨਾਂ ਨੇ ਹੈਰੀ ਰੱਖਿਆ ਹੁੰਦਾ ਨਾ, ਆਪਣੀ ਘਟੀਆ ਸੋਚ ਨੂੰ ਜਸਟੀਫਾਈ ਕਰਨ ਲਈ ਨਾ। ਗੁਲਾਮੀ ਦਾ ਪ੍ਰਤੀਕ ਤਾਂ ਇਹ ਆ ਵੀ ਤੁਸੀਂ ਨਾਂ ਬਦਲਿਆ ਆਪਣਾ। ਕਾਫੀ ਲੋਕ ਕਰਦੇ ਡਾਕਟਰ ਸਾਹਿਬ ਇਦਾਂ ਤਾਂ। ਅੱਛਾ, ਫੇਰ ਕਹਿਣਗੇ ਉਹ ਗੋਰਿਆਂ ਤੋਂ ਲੈ ਨਹੀਂ ਹੁੰਦਾ। ਤੂੰ ਦੱਸ ਵੀ ਕਿਹੜਿਆਂ ਗੋਰਿਆਂ 'ਚ ਗਵਰਨਰ ਜਨਰਲ ਲੱਗਾ ਸੀ? ਹਾਂਜੀ। ਹੈ ਜੇ ਇਹ ਸਾਰੇ ਦੁਨੀਆ ਤੇ ਰਾਜ ਕਰਕੇ ਆਏ ਆ, ਇਹਨਾਂ ਤੋਂ ਨਾਂ ਲੈ ਹੁੰਦਾ ਜੀ। ਕਿੰਨੇ ਕਿੰਨੇ ਕੈਮੀਕਲਸ ਆ, ਜਿਹੜੇ ਮੈਡੀਕਲ ਸਟੂਡੈਂਟਸ ਤੁਸੀਂ ਵੋਕੈਬਲਰੀ ਪੜ੍ਹਦੇ ਆ। ਹਾਂਜੀ। ਦੇਖੋ ਕਿੱਡੇ ਕਿੱਡੇ ਨਾਂ ਲੈਂਦੇ ਹੋ ਜੀ। ਤਾਂ ਉਹਨਾਂ ਨੂੰ ਹਰਮਿੰਦਰ ਨਹੀਂ ਕਹਿਣਾ ਹੁੰਦਾ। ਹਾਂਜੀ। ਤੇ ਕਿਉਂ ਇਹਨਾਂ ਨੇ ਆਪਣੇ ਆਪ ਹੀ ਰੱਖਿਆ ਹੁੰਦਾ। ਹਾਂਜੀ ਡਾਕਟਰ ਸਾਹਿਬ, ਤੁਸੀਂ ਬਿਲਕੁਲ ਸਹੀ ਕਿਹਾ। ਵੈਸੇ ਨਾਂ ਦੇ ਦਿੰਦੇ ਆ ਕਿ ਸਾਡਾ ਨਾਂ ਦੀ ਪ੍ਰੋਨਾਂਸੀਏਸ਼ਨ ਨਹੀਂ, ਵੀ ਤੁਸੀਂ ਆਪਣੇ ਨਾਂ ਦੀ ਪ੍ਰੋਨਾਂਸੀਏਸ਼ਨ ਸਿਖਾ ਸਕਦੇ ਹੋ ਨਾ। ਤੁਹਾਨੂੰ ਮਾਣ ਹੋਣਾ ਚਾਹੀਦਾ ਜਿਹੜਾ ਤੁਹਾਡਾ ਨਾਂ ਤੁਹਾਡੇ ਪੇਰੈਂਟਸ ਨੇ। ਮੇਰਾ ਨਾਂ ਹੈਗਾ ਪੁਰੇਵਾਲ। ਹਾਂਜੀ। ਤੇ ਅਕਸਰ ਜਿਹੜਾ ਬੰਦਾ ਪੜ੍ਹਦਾ ਉਹ ਦੇਖਦਾ ਕਿ ਪਿਓਰ ਵਾਲ। ਹਾਂਜੀ। ਏਦਾਂ ਹੀ ਕਹਿੰਦੇ ਨਾ ਤੁਹਾਡੇ ਸਪੈਲਿੰਗ, ਬਿਕਾਜ਼ ਮੇਰੇ ਸਪੈਲਿੰਗ ਉਦਾਂ ਦੀ ਹੈ, ਪਿਓਰ ਵਾਲ। ਹਾਂਜੀ। ਫਿਰ ਉਹਨੂੰ ਦੱਸ ਦੇਦਾ ਕੋਈ ਗੱਲ ਨਹੀਂ, ਇਹ ਪਿਓਰ ਵਾਲ ਨਹੀਂ ਹੈ, ਇਹ ਪੁਰੇ ਵਾਲ ਆ। ਹਾਂਜੀ। ਈ ਤੇ ਥੋੜਾ ਜਿਹਾ ਜ਼ਿਆਦਾ ਐਮਫਸਾਈਜ਼ ਕਰ। ਹਾਂਜੀ। ਤੇ ਉਹ ਸਮਝ ਲੈਂਦੇ ਉਦੋਂ ਹੀ ਜੀ, ਉਸੇ ਵੇਲੇ ਉਹ ਪੁਰੇ ਵਾਲ ਕਹਿੰਦੇ। ਹਾਂਜੀ। ਕੋਈ ਵੱਡੀ ਗੱਲ ਨਹੀਂ ਜੀ। ਪਰ ਜੇ ਦੱਸਣਾ ਨਹੀਂ, ਉਹਨੇ ਕਹਿਤਾ ਪਿਓਰ ਵਾਲ, ਤਾਂ ਫਿਰ ਆਪਣਾ ਲਾਸਟ ਨਾਂ ਵੀ ਚੇਂਜ ਕਰਨਾ। ਬਹੁਤੇ ਬੰਦੇ ਇੱਥੇ ਆਉਂਦੇ ਆ। ਇੱਕ ਬੰਦੇ ਨੇ ਲਿਖਿਆ ਜੌਲ, JOUHAL। ਉਹ ਕੋਸ਼ਿਸ਼ ਕੀਤੀ ਵੀ ਇਹਨੂੰ ਯੂਰਪੀਅਨਾਈਜ਼ ਕਰਾਣਾ। ਹਾਂਜੀ। ਵੀ ਮੈਂ ਕਿਹਾ ਦੇਖ, ਤੇਰਾ ਰੰਗ ਦੇਖ ਕੇ, ਤੇਰੀ ਸ਼ਕਲ ਸੂਰਤ ਦੇਖ ਕੇ ਪਛਾਣ ਜਾਣਾ। ਜਿੰਨਾ ਜੋ ਕੁਛ ਮਰਜ਼ੀ ਕਰ ਲਾ, ਆ ਕਾਲਿਆਂ ਦੇ ਨਾਲ ਡਿਸਕ੍ਰਿਮੀਨੇਸ਼ਨ ਹੁੰਦਾ ਨਾ। ਹਾਂਜੀ। ਤੁਸੀਂ ਹਰ ਰੋਜ਼ ਉਹਨਾਂ ਦੇ ਗੋਲੀਆਂ ਮਾਰਦੇ ਆ, ਇਹ ਵਿਤਕਰਾ ਕਰਕੇ ਮਾਰਦੇ ਆ। ਹਾਂਜੀ। ਇਹਨਾਂ ਦੇ ਵਿੱਚ ਕ੍ਰਿਸਚੀਅਨਿਟੀ ਵੀ ਹੈਗੀ ਆ, ਕ੍ਰਿਸਚੀਅਨ ਆ ਸਾਰੇ। ਹਾਂਜੀ। ਅੱਛਾ, ਸਾਰਿਆਂ ਦੇ ਫਸਟ ਨਾਂ ਵੀ ਤੇ ਲਾਸਟ ਨਾਂ ਵੀ ਉਹੋ ਹੀ ਆ। ਹਾਂਜੀ। ਵਿਤਕਰਾ ਤਾਂ ਨਹੀਂ ਹਟਿਆ ਜੀ। ਵਿਤਕਰਾ ਤਾਂ ਰੰਗ ਨਾ ਹੋ ਰਿਹਾ। ਹਾਂਜੀ। ਸੋ ਇਹਨਾਂ ਜਿਹੜੇ ਹੈਰੀ ਬਣੇ ਆ, ਇਹਨਾਂ ਨੂੰ ਵੀ ਪਤਾ ਹੋਣਾ ਚਾਹੀਦਾ ਵੀ ਵਿਤਕਰਾ ਰੰਗ ਨਾ ਹੁੰਦਾ। ਹਾਂਜੀ। ਇਹ ਨਾਂ ਨਹੀਂ ਹੁੰਦਾ ਜੀ। ਬਿਲਕੁਲ। ਤੇ ਆਹ ਲੜਕੀ ਨੇ ਸ਼ੋਅ ਕਰ ਦਿੱਤਾ ਕਿ ਜੇ ਤੁਸੀਂ ਇੱਥੇ ਬੰਦੇ ਹਾਇਰ ਕਰਨੇ, ਉਹਨਾਂ ਨੂੰ ਕਲਚਰਲੀ ਸੈਂਸਿਟਿਵ ਤਾਂ ਬਣਾਓ ਜੀ। ਬਿਲਕੁਲ। ਉਹਨਾਂ ਨੂੰ ਦੱਸੋ ਵੀ ਇਹਦਾ
3 ਨਾਂ ਲਿਖੇ ਆ, ਤਿੰਨਾਂ ਚੋਂ ਇੱਕ ਹੀ ਚੁਣ ਲਓ ਜਿਹੜਾ ਤੁਸੀਂ ਫਸਟ ਨਾਂ ਬਣਾਉਣਾ ਹੈ। ਹਾਂਜੀ, ਉਹ ਸਾਰੇ ਦੇ ਸਾਰੇ ਲਾਸਟ ਨਾਂ ਲਿਖੇ ਹੈ ਜੀ। ਤੇ ਇਹ ਮਤਲਬ ਇਹ ਤਾਂ ਫਿਰ ਐਪਟੀਚਿਊਡ ਟੈਸਟ ਉਹਨੂੰ ਆਫਿਸਰ ਨੂੰ ਦੇਣਾ ਚਾਹੀਦਾ ਸੀ ਵੀ ਇਹ ਤੈਨੂੰ ਸਮਝ ਵੀ ਆਉਂਦੀ ਹੈ ਕਿ ਤਿੰਨ ਅੱਖਰ, 3 ਵੱਖਰੇ ਵੱਖਰੇ ਨਾਂ ਆ, ਉਹਨਾਂ ਦੇ ਵਿੱਚੋਂ ਤੈਨੂੰ ਇਹ ਨਹੀਂ ਪਤਾ ਲੱਗਾ ਵੀ ਕੋਈ ਨਾ ਕੋਈ ਤਾਂ ਫਸਟ ਨਾਂ ਹੋਣਾ ਹੀ ਹੈ। ਹਾਂਜੀ, ਨਾਲੇ ਡਾਕਟਰ ਸਾਹਿਬ ਏਡੀ ਕੋਈ ਵੱਡੀ ਗੱਲ ਨਹੀਂ, ਕਰੈਕਸ਼ਨ ਹੋ ਸਕਦੀ ਆ, ਪਰ ਦੇਖੋ ਤੁਸੀਂ ਕਰੈਕਸ਼ਨ ਕੀਤੀ ਨਹੀਂ ਗਈ, ਜਿਵੇਂ ਉਹ ਥੱਕ ਚੁੱਕੀ ਹੈ ਹਰੇਕ ਜਗ੍ਹਾ ਤੇ ਜਾ ਕੇ। ਵੈਸੇ ਤਾਂ ਕਈਆਂ ਨੇ ਸੁਝਾਅ ਦਿੱਤਾ ਇਸ ਕਰਕੇ ਕਿ ਜਿਹੜੇ ਨੁਮਾਇੰਦੇ ਆ ਨਾ ਸਾਡੀ ਡੈਮੋਕ੍ਰੇਸੀ ਦੇ ਵਿੱਚ, ਜਿਹੜੀ ਥਿਓਰੈਟੀਕਲ ਅਸੀਂ ਸਿਧਾਂਤਕ ਤੌਰ ਤੇ ਕਹਿੰਦੇ ਆ ਕਿ ਜਦੋਂ ਆਫਿਸਰ ਗਲਤੀ ਕਰਦੇ ਆ ਤੇ ਸਾਡੇ ਇਲੈਕਟਡ ਅਫੀਸ਼ੀਅਲਸ ਅਸੀਂ ਆਸ ਕਰਦੇ ਆ ਕਿ ਇਹ ਤੁਹਾਡੇ ਲਈ ਇੱਕ ਸੋਲੂਸ਼ਨ ਲੈ ਕੇ ਆਉਣ, ਤੁਹਾਡੀ ਗੱਲ ਸੁਣਨ ਵੀ ਉਹ ਸੁਣਦੇ ਨਹੀਂ ਹੈ ਤੇ ਇਹ ਜਾ ਕੇ ਉਹਨਾਂ ਨੂੰ ਸਮਝਾਉਣ। ਮਿਨਿਸਟਰ ਦੇ ਤੁਸੀਂ MP ਦੇ ਕੋਲ ਜਾਓ, ਉਹ ਜਾ ਕੇ ਮਿਨਿਸਟਰ ਨਾਲ ਗੱਲ ਕਰੇ ਤੇ ਇਹ ਸੋਲੂਸ਼ਨ ਹੈ, ਕੋਈ ਵੱਡੀ ਗੱਲ ਨਹੀਂ ਹੈ, ਕੋਈ ਮੰਗਲ ਗ੍ਰਹਿ ਤੇ ਨਹੀਂ ਜਾਣਾ ਇੱਥੋਂ। ਹਾਂਜੀ, ਤੇ ਉਹ ਪਰ ਜੇ ਸ਼ਿਕਲੀ ਪਾਉਣ ਵਾਲੇ ਤੁਸੀਂ ਚੁਣੇ ਆ, ਉਹਨਾਂ ਨੇ ਗੱਲ ਨਹੀਂ ਕਰਨੀ। ਕਈਆਂ ਨੂੰ ਤਾਂ ਚਲੋ ਗੱਲ ਕਰਨੀ ਨਹੀਂ ਆਉਂਦੀ ਕਿਉਂਕਿ ਆਟੋਵਾਈਜ਼ ਸਾਰੇ ਤਾਂ ਪੰਜਾਬੀ ਨਹੀਂ ਬੋਲਦੇ। ਹਾਂਜੀ, ਤੇ ਉਹਨਾਂ ਦੀ ਤਾਂ ਜੁਦੀ ਗੱਲ ਹੈ, ਪਰ ਫਿਰ ਵੀ ਉਹਨਾਂ ਨੂੰ ਲਿਖ ਕੇ ਦਿੱਤਾ ਜਾ ਸਕਦਾ। ਉਹਨਾਂ ਨੂੰ ਦੇ ਦਿਓ ਕਿ ਆਹ ਲਿਖ ਕੇ ਤੈਨੂੰ ਈਮੇਲ ਦੇ ਦਿੰਦੇ ਆ ਤੇ ਇਹ ਮਿਨਿਸਟਰ ਤਾਈਂ ਪਹੁੰਚਾ ਦੇ। ਹਾਂਜੀ, ਇੰਨੀ ਗੱਲ ਸਾਡੀ ਸੁਣ ਲਓ ਤੇ ਮਿਨਿਸਟਰ ਆਰਡਰ ਕਰੇ ਆਪਣੇ ਡਿਪਾਰਟਮੈਂਟ ਨੂੰ ਕਿ ਇਹਨਾਂ ਦਾ ਪਾਸਪੋਰਟ ਚੇਂਜ ਕਰ ਦਿਓ। ਹਾਂਜੀ, ਤੇ ਅੱਗੇ ਤੋਂ ਥੋੜੀ ਜਿਹੀ ਕਲਚਰਲ ਸੈਂਸਿਟਿਵਿਟੀ ਦੀ ਟ੍ਰੇਨਿੰਗ ਦਿੱਤੀ ਜਾਵੇ ਜੀ ਕਿ ਵੱਖਰੇ ਵੱਖਰੇ ਲੋਕਾਂ ਦੇ ਵੱਖਰੇ ਵੱਖਰੇ ਨਾਂ ਹੁੰਦੇ ਆ। ਹਾਂਜੀ, ਬਿਲਕੁਲ ਡਾਕਟਰ ਸਾਹਿਬ। ਉਹਨਾਂ ਦੇ ਵਿੱਚੋਂ ਇਹ ਪਛਾਣਨਾ ਔਖਾ ਨਹੀਂ ਹੈ। ਜਿਹਨੇ 3 ਨਾਂ ਲਿਖੇ ਆ ਵੱਖਰੇ ਵੱਖਰੇ ਕਰਕੇ ਤੇ ਉਹ ਤਿੰਨੇ ਹੀ ਨਾਂ ਲਾਸਟ ਨਾਂ ਨਹੀਂ ਹੁੰਦੇ। ਹਾਂਜੀ, ਅੱਛਾ, ਇਹਨਾਂ ਦੇ ਗੋਰਿਆਂ ਦੇ ਹੁੰਦੇ 3 ਨਾਂ ਲਾਸਟ। ਇਹ ਲਿਖਦੇ ਹੀ ਆ ਆਪਣਾ। ਹਾਂਜੀ, ਸਭ ਤੋਂ ਵੱਡਾ ਸਵਾਲ ਤਾਂ ਇਹੀ ਹੈਗਾ ਕਿ ਇਹ ਜਦੋਂ ਆਪਣਾ ਨਾਂ ਲਿਖਦੇ ਆ ਉਹਦੇ 'ਚ ਤਾਂ ਕੋਈ ਮਿਸਟੇਕ ਨਹੀਂ ਹੁੰਦੀ ਹੈਗੀ, ਪਰ ਹੁਣ ਜਿਵੇਂ ਇਹਦੇ 3 ਨਾਂ ਨੇ, ਇਹਨਾਂ ਨੇ ਤਿੰਨੋਂ ਨਾਂ ਲਾਸਟ ਨੇਮ ਤੇ ਕਿਵੇਂ ਇਕੱਠੇ ਕਰਕੇ ਲਿਖਤੇ? ਏਡੀ ਵੱਡੀ ਕਨਫਿਊਜ਼ਨ ਕਿਵੇਂ ਹੋ ਗਈ ਆ? ਕਈ ਜਿਹੜੇ ਜਿਨ੍ਹਾਂ ਤੇ ਸਟੀਰੀਓਟਾਈਪ ਨਹੀਂ ਰੱਖਦੇ, ਦੂਜੇ ਅਸੀਂ ਲੋਕੀ ਸਿਵਲਾਈਜ਼ਡ ਆ, ਬਾਕੀ ਪਤਾ ਨਹੀਂ ਕਿੱਦਾਂ ਰਹਿੰਦੇ। ਇੱਕ ਬੰਦਾ ਮੈਨੂੰ ਕਹਿੰਦਾ ਤੁਸੀਂ ਬ੍ਰੇਕਫਾਸਟ ਲਈ ਕੀ ਖਾਂਦੇ? ਮੈਂ ਕਿਹਾ ਬ੍ਰੇਕਫਾਸਟ ਲਈ ਖਾਣਾ ਹੀ ਖਾਂਦੇ, ਬਾਕੀਆਂ ਦੀ ਇਹ ਚਲੋ ਸਾਡਾ ਖਾਣਾ ਹੋਰ ਤਰ੍ਹਾਂ ਦਾ ਆ, ਮਸਾਲੇਦਾਰ ਹੈ, ਜੁਦੀ ਗੱਲ ਹੈ, ਪਰ ਖਾਣਾ ਖਾਂਦੇ। ਹਾਂਜੀ, ਅਸੀਂ ਕੋਈ ਬੱਕਰੇ ਚੱਕੇ ਤਾਂ ਖਾਂਦੇ ਨਹੀਂ ਸਿੱਧੇ ਸੁੱਕੇ, ਨਾ ਦਰਖਤਾਂ ਨੂੰ ਦੰਦੀਆਂ ਵੜਦੇ ਆ। ਇਹ ਕਿੱਥੋਂ ਸਿੱਖਿਆ ਹੈ ਵੀ ਤੁਸੀਂ ਅਸੀਂ ਕੀ ਖਾਂਦੇ? ਤੁਹਾਡੇ ਨਾਲ ਸਾਡੇ ਹਿੰਦੁਸਤਾਨ ਦੀ ਜਿਹੜੀ ਸਭਿਅਤਾ ਆ ਇਹਨਾਂ ਤੋਂ ਬਹੁਤ ਪੁਰਾਣੀ ਹੈ। ਹਾਂਜੀ, ਉਹ ਕਹਿੰਦੇ ਹੁੰਦੇ ਕਿ ਗਦਰੀ ਬਾਬਿਆਂ ਦਾ ਇੱਕ ਸ਼ੇਰ ਹੁੰਦਾ ਸੀ, ਅੱਜ ਵਾਂਗੂ ਕਾਹਨੂੰ ਸਦਾ ਮਾਲਾ ਮਾਲ ਸਨ, ਜੰਗਲਾਂ 'ਚ ਰਹਿੰਦੇ ਵਹਿਸ਼ੀਆਂ ਦੇ ਹਾਲ ਸਨ। ਕੱਲ ਹਾਲੇ ਅੰਗਰੇਜ਼ੀ ਉੱਠੀ ਆ, ਕੱਲ ਹਾਲੇ ਇਹ ਉੱਠੇ ਆ ਤੇ ਅੱਜ ਸਾਨੂੰ ਸਿੱਖਿਆ ਦਿੰਦੇ। ਹਾਂਜੀ, ਇਹ ਰਿਸਪੈਕਟ ਕਰਨੀ ਵੀ ਸਿੱਖਣੀ ਚਾਹੀਦੀ ਆ, ਨਹੀਂ ਤਾਂ ਸਿੱਖ ਕੋਈ ਸਦਾ ਇਦਾਂ ਨਹੀਂ ਰਹਿੰਦਾ ਹੁੰਦਾ ਵੀ ਇੱਕ ਮੁਲਕ ਨੇ ਸਦਾ ਦੇ ਉਹਨਾਂ ਨੇ ਰਹਿਣਾ ਹੈ, ਪਾਵਰਫੁਲ ਰਹਿਣਾ। ਕੱਲ ਨੂੰ ਹੋਰ ਮੁਲਕ ਆ ਜਾਣੇ। ਹਾਂਜੀ, ਕੱਲ ਨੂੰ ਚਾਈਨਾ ਵਾਲਿਆਂ ਦੀ ਡੋਮੀਨੇਸ਼ਨ ਹੋ ਜਾਵੇ ਫਾਰ ਐਗਜ਼ਾਮਪਲ ਇੱਥੇ, ਤੇ ਫਿਰ ਤੁਸੀਂ ਕੀ ਕਰੋਗੇ? ਫਿਰ ਉਹਨਾਂ ਦੇ ਵੈਲਕਿੰਗ ਬਣਾਓਗੇ ਜਾਂ ਵਾਈਕਿੰਗ ਹੀ ਸਿੱਖੋਗੇ? ਜੀ ਬਿਲਕੁਲ। ਇਹ ਤੁਹਾਨੂੰ ਇਕਨੋਮਿਕ ਪਾਵਰ ਜਿਹਨਾਂ ਤੋਂ ਆ ਜਾਂਦੀ ਹੈ ਉਹ ਸਿਖਾ ਦਿੰਦੇ, ਸਭ ਕੁਝ ਸਿਖਾ ਦਿੰਦੇ। ਹਾਂਜੀ, ਹੁਣ ਪੰਜਾਬ ਵਾਲੇ ਸਾਡੇ ਚੜ੍ਹਦੇ ਪੰਜਾਬ 'ਚ ਪੰਜਾਬੀ ਛੱਡ ਕੇ ਹਿੰਦੀ ਬੋਲਣਗੇ। ਕੋਸ਼ਿਸ਼ ਹੁੰਦੀ ਆ ਵੀ ਇਹ ਦੱਸਿਆ ਜਾਂਦਾ ਨਾ ਵੀ ਇਹਨਾਂ ਤੁਹਾਨੂੰ ਨੌਕਰੀਆਂ ਜ਼ਿਆਦਾ ਮਿਲ ਜਾਂਦੀਆਂ। ਇਹ ਵਾਕਿਆ ਇੱਕ ਗੱਲ ਠੀਕ ਹੈ, ਜਿਹੜਾ ਹਿੰਦੀ ਬੋਲਦਾ ਹੋਣਾ ਉਹਨੂੰ ਨਾਰਥ ਇੰਡੀਆ ਦੇ ਵਿੱਚ ਸੌਖੀ ਹੋਣੀ ਗੱਲ, ਪਰ ਨੌਕਰੀ ਇਕੱਲੀ ਚੀਜ਼ ਤਾਂ ਨਹੀਂ ਹੁੰਦੀ। ਤੁਹਾਨੂੰ ਆਪਣੀ ਕੋਈ ਇੱਜ਼ਤ ਮਾਣ ਵੀ ਹੁੰਦਾ, ਤੁਹਾਡਾ ਕੋਈ ਵਿਰਸਾ ਵੀ ਹੁੰਦਾ ਜਿਹਦੇ ਵਿੱਚ ਕਿਸੇ ਨੇ ਜੇ ਕੋਈ ਜ਼ੁਬਾਨ ਸਿੱਖੀ ਆ, ਉਹ ਬੋਲਦਾ ਆ, ਉਹ ਸਿੱਖਦਾ ਆ। ਆਪਣੇ ਕਹਿੰਦੇ ਹੁੰਦੇ ਕਿ ਊੜਾ ਊਠ ਉਹਨੂੰ ਕਹਿੰਦੇ ਸੀ, ਉਹ ਕਹਿੰਦਾ ਊੜਾ ਬੋਤਾ ਆ। ਹਾਂਜੀ, ਕਿਉਂਕਿ ਘਰ ਦੇ ਵਿੱਚ ਉਹਨੇ ਆਹ ਸਿੱਖਿਆ ਆ ਜੀ। ਇਹ ਬੜੀ ਵਧੀਆ ਐਗਜ਼ਾਮਪਲ ਹੈ ਇੱਕ ਕਿ ਦੇਖੋ ਉਹ ਘਰ ਦੇ ਵਿੱਚ ਕਿਹੜੀ ਬੋਲੀ ਦੇ ਵਿੱਚ ਕੀ ਸਿੱਖ ਕੇ ਆਇਆ। ਹਾਂਜੀ, ਹਰ ਇੱਕ ਛੋਟੇ ਜਿਹੇ ਟਰਾਈਬਲ ਲੋਕਾਂ ਦੀ ਵੀ ਬੋਲੀ ਹੁੰਦੀ ਹੈ ਤੇ ਬੋਲੀ ਨੂੰ ਇਸ ਤਰ੍ਹਾਂ ਵਿਗਾੜਨਾ, ਫਿਰ ਸੱਭਿਆਚਾਰ ਨੂੰ ਇਸ ਤਰ੍ਹਾਂ ਵਿਗਾੜਨਾ, ਤੇ ਫਿਰ ਤੁਸੀਂ ਦੇਖੋ ਡੋਮੀਨੇਸ਼ਨ ਅੱਜ ਤਾਈਂ ਚੱਲ ਰਹੀ ਹੈ। ਜਿਨ੍ਹਾਂ ਦੀ ਸਰਦਾਰੀ ਆ ਉਹ ਸੁਪੀਰੀਅਰ ਹੋ ਕੇ ਤਾਂ ਬੈਠੇ ਆ, ਦੂਜਿਆਂ ਦੇ ਨਾਂ ਵੀ ਬਦਲੀ ਜਾਂਦੇ।
ਹਾਂਜੀ ਪਹਿਚਾਣ ਹੀ ਬਦਲੀ ਜਾਂਦੀ ਹੈ ਡਾਕਟਰ ਸਾਹਿਬ ਅਗਲੀ ਖਬਰ ਜੋ ਆਪਾਂ ਜਿਸ ਦੇ ਬਾਰੇ ਚ ਗੱਲਬਾਤ ਕਰਨ ਜਾ ਰਹੇ ਹਾਂ ਇਹਦਾ ਸਬੰਧ ਹੈਗਾ ਸਿਟੀ ਆਫ ਟੋਰਾਂਟੋ ਦੇ ਨਾਲ। ਸਿਟੀ ਆਫ ਟੋਰਾਂਟੋ ਨੇ 100 ਦੇ ਕਰੀਬ ਸਿਕਿਉਰਿਟੀ ਗਾਰਡਸ ਨੂੰ ਜੌਬ ਤੋਂ ਹਟਾ ਦਿੱਤਾ। ਕਾਰਨ ਕਿਉਂਕਿ ਉਹਨਾਂ ਦੀ ਦਾੜੀ ਸੀ। ਉਹ ਕਹਿੰਦੇ ਸੀਗੇ ਕਿ ਉਹਨਾਂ ਨੂੰ ਚੂਜ਼ ਕਰਨਾ ਪੈਣਾ ਵੀ ਜੇ ਜੌਬ ਕੰਟੀਨਿਊ ਕਰਨਾ ਚਾਹੁੰਦੇ ਆ ਤਾਂ ਫਿਰ ਉਹਨਾਂ ਨੂੰ ਕਲੀਨ ਸ਼ੇਵ ਹੋਣਾ ਪੈਣਾ, ਅਦਰਵਾਈਜ਼ ਤਾਂ ਫਿਰ ਉਹਨਾਂ ਕੋਲੇ ਜੌਬ ਨਹੀਂ ਰਹਿਣੀ। ਫਿਰ ਇਸ ਦੇ ਉੱਪਰ ਕਾਫੀ ਜ਼ਿਆਦਾ ਲੋਕਾਂ ਦੇ ਵਿੱਚ ਇਤਰਾਜ਼ ਜਿਹੜਾ ਜਤਾਇਆ ਗਿਆ ਤੇ ਕਾਰਨ ਦਿੱਤੇ ਗਏ। ਹੁਣ ਸਿਟੀ ਨੇ ਉਹਨਾਂ ਨੂੰ ਵਾਪਸ ਤਾਂ ਬੁਲਾ ਲਿਆ, ਪਰ ਤੁਸੀਂ ਆਪ ਦੇਖੋ ਡਾਕਟਰ ਸਾਹਿਬ ਕਿ ਇੰਨਾ ਵੱਡਾ ਫੈਸਲਾ ਜਸਟ ਬਿਕਾਜ਼ ਜੇ ਕਿਸੇ ਦੀ ਦਾੜੀ ਰੱਖੀ ਹੋਈ ਆ ਇਸ ਰੀਜ਼ਨ ਕਰਕੇ ਤੁਸੀਂ ਜੌਬ ਤੋਂ ਕਿਸੇ ਨੂੰ ਹਟਾ ਦਿੰਦੇ ਹੋ। ਹੁਣ ਕਾਰਨ ਵੀ ਉਹ ਕਹਿੰਦੇ ਨੇ ਕਿ ਜਿਹੜਾ N95 ਮਾਸਕ ਆ ਉਹ ਕੰਮ ਤੇ ਪਾਉਣਾ ਪੈਂਦਾ, ਇਸ ਵਜ੍ਹਾ ਕਰਕੇ ਉਹਨਾਂ ਨੇ ਇਹ ਰੀਜ਼ਨ ਦਿੱਤਾ ਕਿ ਇਸ ਵਜ੍ਹਾ ਕਰਕੇ ਕਲੀਨ ਸ਼ੇਵ ਹੋਣਾ ਜ਼ਰੂਰੀ ਆ। ਇਸ ਪੂਰੀ ਜਿਹੜੀ ਖਬਰ ਆ ਇਹਦੇ ਬਾਰੇ ਤੁਸੀਂ ਕੀ ਸੋਚਦੇ ਹੋ? ਇਹ ਸਭ ਤੋਂ ਪਹਿਲਾਂ ਤਾਂ ਜਿਹੜਾ ਸਟਾਫ ਹੈ ਉੱਥੇ ਦਾ, ਜਿਹੜੇ ਸਿਵਲ ਸਰਵੈਂਟਸ ਆ, ਇਹ ਇੱਕ ਸ਼ੋਅ ਕਰਦਾ ਕਿ ਉਹਨਾਂ ਨੇ ਆਪਣਾ ਹੋਮਵਰਕ ਨਹੀਂ ਕੀਤਾ। ਉਹਨਾਂ ਨੂੰ ਇੱਕ ਹੀ ਪਤਾ ਲੱਗਿਆ ਕਿ ਸਿਟੀ ਆਫ ਸਰੀ ਨੇ ਸਿਟੀ ਆਫ ਟੋਰਾਂਟੋ ਨੇ ਫੈਸਲਾ ਕੀਤਾ ਕਿ N95 ਜਿਹੜਾ ਮਾਸਕ ਆ ਉਹਨਾਂ ਦੇ EMPLOYEES ਨੂੰ ਲੈਣਾ ਜ਼ਰੂਰੀ ਆ, ਕਿਉਂਕਿ ਉੱਥੇ ਲਗਾਤਾਰ ਹੁਣ ਕਰੋਨਾ ਵੱਧ ਰਿਹਾ। ਅਸੀਂ ਗੱਲ ਕਰਦੇ ਹਾਂ ਕਿ ਇਹਦੇ N95 ਤੇ ਉਹਨਾਂ ਨੇ ਇਹ ਆਰਡਰ ਕਰਤਾ ਕਿ ਦਾੜੀ ਤੇ ਠੀਕ ਨਹੀਂ ਆਉਂਦਾ ਤੇ ਦਾੜੀ ਇਹਨਾਂ ਨੂੰ ਕੱਟਣੀ ਪੈਣੀ ਹੈ। ਹਾਂਜੀ, ਇਹਦਾ ਮਤਲਬ ਬਿਲਕੁਲ ਲੈਕ ਆਫ ਰਿਸਰਚ ਸੀ ਜੀ। ਕਿਸੇ ਵੀ ਬੰਦੇ ਨੇ ਜਿਹਨੇ ਕੀਤਾ ਹੈ ਨਾ ਆਰਡਰ ਕੀਤਾ ਉਹਨਾਂ ਦਾ, ਉਹ ਟੌਪ ਦੇ ਬੰਦਿਆਂ ਨੇ ਫੈਸਲਾ ਕਰ ਲਿਆ ਬਿਨਾਂ ਕੋਈ ਖੋਜ ਕੀਤੇ, ਬਿਨਾਂ ਕੋਈ ਉੱਤੇ ਰਿਸਰਚ ਕੀਤੇ। ਹਾਂਜੀ, ਕਿਉਂਕਿ ਇਹ ਗੱਲ 2019 ਦੇ ਵਿੱਚ ਪਹਿਲਾਂ ਆਈ ਸੀ, ਇੱਥੇ ਨਹੀਂ ਆਈ, ਜ਼ਿਆਦਾ ਯੂਰਪ ਦੇ ਵਿੱਚ ਜ਼ਿਆਦਾ ਆਈ ਸੀ, ਯੂਨਾਈਟਿਡ ਕਿੰਗਡਮ ਵਾਲਿਆਂ ਦੇ ਵਿੱਚ। ਇੱਥੇ ਵੀ ਵੈਸੇ ਜਿਹੜਾ ਮੈਗਜ਼ੀਨ ਇੱਕ ਛਪਦਾ ਹੈ ਨੇਚਰ, ਉਹ ਸਾਇੰਸ ਦੇ ਆਰਟੀਕਲ ਜਿਹੜੇ ਮਸ਼ਹੂਰ ਸਾਇੰਟਿਸਟ ਆ ਉਹਨਾਂ ਦੇ ਆਰਟੀਕਲ ਛਪਦੇ ਆ। ਉੱਥੇ ਉਹਨਾਂ ਨੇ ਛਾਪਿਆ ਸੀ ਕਿ ਜਿਹੜਾ N95 ਆ ਉਹਦੀ ਇਫੈਕਟਿਵਨੈਸ ਤਕਰੀਬਨ 99% ਆ, ਭਾਵੇਂ ਦਾੜੀ ਦੇ ਉੱਤੋਂ ਹੀ ਲਾਇਆ ਹੋਵੇ। ਤਾਂ ਉਹਨਾਂ ਨੇ ਇਹ ਰਿਕਮੈਂਡ ਕੀਤਾ ਸੀ ਕਿ ਜਿਹੜੇ ਤੁਸੀਂ ਕੱਪੜੇ ਦੇ ਲਾਉਣੇ ਆ ਜਾਂ ਦੂਸਰੇ ਅਸੀਂ ਕਾਗਜ਼ ਦੇ ਲਾਉਣੇ ਆ, ਉਹ ਮਾਸਕ ਕੰਮ ਨਹੀਂ ਕਰਦੇ, ਦਾੜੀ ਵਾਲੇ ਦੇ N95 ਜ਼ਰੂਰ ਕੰਮ ਕਰਦਾ। ਹਾਂਜੀ, ਜਿੰਨਾ ਕੁ ਦੂਜਿਆਂ ਦੇ ਕੰਮ ਕਰਦਾ। ਇਹ ਨਹੀਂ ਹੈ ਵੀ ਇਹਨਾਂ ਦੀ ਜ਼ਿਆਦਾ ਕਰਦਾ ਹੈ। ਹੁਣ ਇੱਕ ਸਟੱਡੀ ਇੰਗਲੈਂਡ ਵਾਲਿਆਂ ਨੇ ਕਰਾਈ ਸੀ, ਦ ਜਰਨਲ ਆਫ ਹਸਪੀਟਲ ਇਨਫੈਕਸ਼ਨ ਦੇ ਵਿੱਚ, ਨੰਬਰ ਆਫ ਆਥਰਸ ਆ ਉਹਦੇ ਵਿੱਚ ਇਹ ਹੈਗਾ ਪੀਅਰ ਰਿਵਿਊਡ ਜਰਨਲ ਜਿਹੜੇ ਕਿ ਐਕੈਡੈਮਿਕਸ ਯੂਨੀਵਰਸਿਟੀਜ਼ ਦੇ ਵਿੱਚੋਂ ਛਾਪਦੇ ਆ, ਜੋ ਵੀ ਆਪਣਾ ਆਰਟੀਕਲ ਜਾਂ ਆਪਣੀ ਰਿਸਰਚ ਛਾਪਦੇ ਆ, ਉਹਨੂੰ ਫਿਰ ਦੇਖਦੇ ਆ 2 ਜਾਂ 3 ਐਡੀਟਰ ਕਿ ਇਹਨਾਂ ਨੇ ਸਾਰੇ ਰੈਫਰੈਂਸ ਵਗੈਰਾ ਦਿੱਤੇ ਆ। ਵੈਸੇ ਗੋਲੀਆਂ ਪਤਾਲ ਤਾਂ ਨਹੀਂ ਮਾਰੀਆਂ, ਆਪਣੇ ਕੋਲੋਂ ਹੀ ਤਾਂ ਨਹੀਂ ਬਣਾਈ ਜਾਂਦੇ ਗੱਲਾਂ। ਜਿੱਦਾਂ ਤੁਸੀਂ ਜੇ ਕਹੋ ਕਿ ਸੂਰਜ ਪੂਰਬ ਦੇ ਵਿੱਚ ਚੜ੍ਹਦਾ ਹੈ ਤੇ ਪੱਛਮ ਛਿਪਦਾ ਹੈ, ਇਹ 'ਚ ਰੈਫਰੈਂਸ ਦੇਣ ਦੀ ਲੋੜ ਨਹੀਂ, ਇਹ ਸਾਨੂੰ ਪਤਾ ਹੀ ਹੈ, ਸਾਰਿਆਂ ਨੂੰ ਪਤਾ ਹੈ, ਯੂਨੀਵਰਸਲ ਟਰੂਥ ਹੈ। ਹੁਣ ਜੇ ਤੁਸੀਂ ਕਹੋ ਕਿ ਕੁਛ ਕੁ ਬੰਦੇ ਆ ਜਿਨ੍ਹਾਂ ਨੂੰ ਸਵੇਰ ਨੂੰ ਸੂਰਜ ਚੜ੍ਹੇ ਤੇ ਨਿਸ਼ਾਂ ਆਉਣ ਲੱਗ ਪੈਂਦੀਆਂ, ਅੱਛਾ ਇਸ ਯੂਨੀਵਰਸਲ ਟਰੂਥ ਨਹੀਂ, ਸਾਰਿਆਂ ਨੂੰ ਨਹੀਂ ਆਉਂਦੀਆਂ। ਹਾਂਜੀ, ਉਹ ਫਿਰ ਪੁੱਛੂਗਾ ਜਿਹੜਾ ਪੀਅਰ ਰਿਵਿਊਡ ਜਰਨਲ ਦਾ ਜਿਹਨੂੰ ਰਿਵਿਊ ਕਰ ਰਿਹਾ ਕਿ ਤੁਸੀਂ ਸਟੱਡੀ ਕਰਾਈ ਸੀ, ਤੁਸੀਂ ਕਿੰਨੇ ਕੁ ਬੰਦਿਆਂ ਦੀ ਕੰਟਰੋਲਡ ਗਰੁੱਪ ਦੀ ਸਟੱਡੀ ਕਰਾਈ ਸੀ ਜਿਨ੍ਹਾਂ ਨੂੰ ਤੁਸੀਂ ਮੋਨੀਟਰ ਕੀਤਾ ਹੋਵੇ, ਤਾਂ ਉਹਨਾਂ ਦੇ ਵਿੱਚੋਂ ਕਿੰਨਿਆਂ ਨੂੰ ਛਿੱਕਾਂ ਆਉਂਦੀਆਂ ਸੀ, ਕਿਉਂ ਆਉਂਦੀਆਂ ਸੀ, ਕਿਉਂ ਬਾਕੀ ਤੁਸੀਂ ਰੂਲ ਆਊਟ ਕਰ ਦਿੱਤੇ ਸਾਰੇ, ਹੋਰ ਚੀਜ਼ਾਂ ਤਾਂ ਨਹੀਂ ਇਨਵੋਲਵ ਸੀ ਕਿ ਸਿਰਫ ਸੂਰਜ ਚੜ੍ਹਨ ਵਾਲੀ ਉਹਨਾਂ ਨੂੰ ਛਿੱਕਾਂ ਆਉਂਦੀਆਂ। ਅੱਛਾ, ਜੇ ਸਭ ਕੁਝ ਕਰਵਾ ਚੁੱਕਾ, ਪਹਿਲਾਂ ਕੋਈ ਸਟੱਡੀ ਕਰਵਾ ਚੁੱਕੇ ਆ, ਤਾਂ ਫਿਰ ਉਹਨੂੰ ਰੈਫਰੈਂਸ ਦਿੱਤਾ, ਠੀਕ ਹੈ। ਸੋ ਇਹ ਰੈਫਰੈਂਸ ਜਿਹੜਾ ਇਹਨਾਂ ਨੇ ਜਰਨਲ ਆਫ ਹਸਪੀਟਲ ਇਨਫੈਕਸ਼ਨ ਦੇ ਵਿੱਚ, ਇੰਗਲੈਂਡ ਦੇ ਵਿੱਚ ਆਇਆ ਜਰਨਲ, ਤੇ ਇਹਦੇ ਵਿੱਚ ਕਈ ਆਥਰ ਸੀ, ਉਹਨਾਂ ਦੇ ਵਿੱਚ ਸਾਡੇ ਵੀ ਆਥਰ ਸੀ, ਮਤਲਬ ਸਿੱਖ ਭਾਈਚਾਰੇ ਦੇ ਵਿੱਚੋਂ ਵੀ ਕੁਝ ਸਾਇੰਟਿਸਟ ਸੀਗੇ ਜਿਨ੍ਹਾਂ ਨੇ ਇਹ ਤੇ ਕੰਮ ਕੀਤਾ। ਫਿਰ ਕੁਝ ਮੁਸਲਿਮ ਭਾਈਚਾਰੇ ਦੇ ਸੀ, ਕੁਝ ਦੂਜੇ ਸੀ, ਤੇ ਇਹਨਾਂ ਨੇ ਇੱਕ ਟਰਮ ਕੱਢੀ N95 ਜਿਹੜਾ ਮਾਸਕ ਪਾਉਂਦੇ ਆ, ਉਹ ਕਹਿੰਦੇ ਸਿੰਘ ਠਾਠਾ ਟੈਕਨੀਕ। ਆਪਣੇ ਠਾਠਾ ਨਹੀਂ ਬੰਦੇ, ਠਾਠੀ ਜਿਹੜੇ, ਹਾਂਜੀ,
ਤੇ ਉਹਦੇ ਹਿਸਾਬ ਦੇ ਨਾਲ ਜੇ ਇਹਨੂੰ ਬੰਨਿਆ ਜਾਵੇ N95 ਨੂੰ, ਤੇ ਇਹਨਾਂ ਨੇ ਸ਼ੋਅ ਕੀਤਾ ਸਟੱਡੀ ਨੇ ਕਿ ਇੰਨਾ ਹੀ ਇਫੈਕਟਿਵ ਹੁੰਦਾ ਹੈ ਕੁਆਂਟੀਟੇਟਿਵਲੀ ਜਿੰਨਾ ਬਾਕੀਆਂ ਦਾ ਹੁੰਦਾ ਹੈ। ਮਤਲਬ ਇਹ ਰਿਸਰਚ ਜਿਹੜੀ ਆ 2019 ਦੀ ਪਈ ਹੈ ਸਾਡੇ ਤੋਂ। ਹਾਂਜੀ। ਤੇ 2022 ਦੇ ਵਿੱਚ ਸਿਟੀ ਆਫ ਟੋਰਾਂਟੋ ਵਾਲੇ ਇਹ ਫੈਸਲਾ ਕਰ ਰਹੇ ਆ। ਇਹਨਾਂ ਦੇ ਕੋਲ ਇੱਕ ਬੰਦਾ ਹੀ ਹੈ ਨਹੀਂ ਜਿਹੜੇ $2.5 ਲੱਖ ਤਨਖਾਹ ਲੈਂਦਾ ਹੋਣਾ, ਉਹਨਾਂ ਦਾ ਚੀਫ ਬੈਠਾ ਉੱਥੇ। ਹਾਂਜੀ। ਵੀ ਇੱਕ ਬੰਦੇ ਨੂੰ ਕਹਿ ਵੀ ਰਿਸਰਚ ਕਰ, ਅਸੀਂ ਪਾਲਿਸੀ ਕੱਢਣੀ ਆ, ਤਾਂ ਦੇਖੀਏ ਇਹਦੇ ਤੇ ਜਿਨ੍ਹਾਂ ਨੇ ਦਾੜੀ ਰੱਖੀ ਆ, ਮੁਸਲਿਮ ਭਾਈਚਾਰੇ ਚੋਂ ਵੀ ਰੱਖੀ ਹੁੰਦੀ ਆ, ਸਿੱਖਾਂ ਨੂੰ ਜਿਹਦੇ 5 ਕੱਕਿਆਂ ਵਾਲੇ ਜ਼ਰੂਰ ਆ ਉਹਨਾਂ ਨੇ ਰੱਖੀ ਹੁੰਦੀ ਦਾੜੀ। ਹਾਂਜੀ। ਜਾਂ ਕਈਆਂ ਨੇ ਫੈਸ਼ਨ ਤੌਰ ਤੇ ਕਈਆਂ ਨੇ ਦਾੜੀ ਰੱਖੀ ਹੁੰਦੀ ਹੈ, ਜ਼ਰੂਰੀ ਨਹੀਂ ਕਿ ਧਾਰਮਿਕ ਤੌਰ ਤੇ ਰੱਖੀ ਹੋਵੇ, ਉਹਨਾਂ ਨੇ ਫੈਸ਼ਨ ਸਟੇਟਮੈਂਟ ਹੁੰਦੀ ਹੈ ਦਾੜੀ ਰੱਖੀ ਹੈ। ਤਾਂ ਉਹਨਾਂ ਤੇ ਸਟੱਡੀਜ਼ ਸ਼ੋ ਇਹ ਕਰ ਰਹੀਆਂ, 1-2 ਨਹੀਂ ਆ, ਮੈਂ ਤਾਂ 2 ਹੀ ਸਾਈਟ ਕੀਤੀਆਂ, ਕਿ ਨੇਚਰ ਵਾਲੀ ਤੇ ਇੱਕ ਆਹ ਜਰਨਲ ਵਾਲੀ, ਕਈ ਹੋਰ ਵੀ ਆ ਜਿਨ੍ਹਾਂ ਨੇ ਇਹ ਸ਼ੋ ਕੀਤਾ ਕਿ N95 ਜਿਹੜਾ ਮਾਸਕ ਆ ਉਹ ਜ਼ਿਆਦਾ ਇਫੈਕਟਿਵ ਹੈ ਐਕਚੁਅਲੀ। ਜੇ ਤੁਸੀਂ ਬਾਕੀ ਦੇ ਮਾਸਕ ਪਾਉਨੇ ਆ ਉਹ ਨਹੀਂ ਕੰਮ ਕਰਦੇ, ਪਰ ਉਹ ਤਾਂ ਕੰਮ ਨਹੀਂ ਕਰਦੇ, ਯੇਲ ਸਟੱਡੀ ਨੇ ਪਹਿਲਾਂ ਹੀ ਸ਼ੋ ਕੀਤਾ ਹੈ। ਸਾਰਿਆਂ ਤੇ ਨਹੀਂ ਕੰਮ ਕਰਦੇ ਜੀ, ਕਲੀਨ ਸ਼ੇਵਨ ਵਾਲੇ ਤੇ ਵੀ ਨਹੀਂ ਕਰਦੇ, ਕਿਉਂਕਿ ਸਾਡੇ ਨੱਕ ਆ। ਹਾਂਜੀ। ਨੱਕ ਦੇ ਉੱਤੋਂ ਦੀ ਕੋਈ ਬਿਲਕੁਲ ਹੀ ਜਿੱਦਾਂ ਪਲਾਸਟਰ ਲਾਉਣਾ ਹੋਵੇ ਤਾਂ ਭਾਵੇਂ ਹੋ ਸਕਦਾ, ਵੈਸੇ ਕੋਈ ਪ੍ਰੋਬਲਮ ਪੈਂਦੀ ਆ। ਹਾਂਜੀ। ਹੁਣ ਇਹਦੇ ਉੱਤੇ ਦੀ ਜੇ ਕਲੋਜ਼ ਇਨਫ, ਮਤਲਬ ਲਾਗੇ ਛਾਗੇ ਜੇ ਆਉਣਾ ਹੋਵੇ ਤਾਂ N95 ਜਿਹੜਾ ਸਰਜਰੀ ਮਾਸਕ ਆ ਉਹ ਸਭ ਤੋਂ ਵਧੀਆ ਹੈ। ਹਾਂਜੀ। ਸੋ ਜਿੰਨਾ ਚਿਰ ਤੁਸੀਂ ਜੇ ਪਾਲਿਸੀ ਸ਼ੁਰੂ ਕਰਦੇ ਆ ਕਿਸੇ ਵੀ ਏਰੀਏ ਦੇ ਵਿੱਚ, ਜੇ ਤੁਸੀਂ ਉਹਨੂੰ ਸਟੱਡੀ ਨਹੀਂ ਕਰਦੇ ਤਾਂ ਉਹ ਬਿਲਕੁਲ ਆ ਜਿੱਦਾਂ ਸਿਟੀ ਆਫ ਟੋਰਾਂਟੋ ਨੇ ਕੀਤਾ ਇਦਾਂ ਦੀ ਹੋਣੀ ਹੈ। ਹਾਂਜੀ। ਤਾਂ ਇਹ ਵੀ ਵਰਲਡ ਸਿੱਖ ਆਰਗੇਨਾਈਜੇਸ਼ਨ ਨੇ ਪਹਿਲਾਂ ਉਹਨਾਂ ਨੇ ਕੰਪਲੇਂਟ ਕੀਤਾ, ਕੱਲ ਉਹਨਾਂ ਨੇ ਸ਼ੁਰੂ ਕੀਤਾ, ਉਹਨਾਂ ਨੇ ਪ੍ਰੈਸ ਰਿਲੀਜ਼ ਕੀਤੀ, ਫਿਰ ਪੋਲੀਟੀਸ਼ੀਅਨਸ ਨੇ ਥੋੜਾ ਜਿਹਾ ਦਬਾਅ ਪਾਇਆ ਹੋਣਾ, ਤਾਂ ਫਿਰ ਅੱਜ ਚੇਂਜ ਕੀਤੀ ਉਹਨਾਂ ਨੇ ਪਾਲਿਸੀ। ਅੱਛਾ, ਦੂਸਰੀ ਉਹਨਾਂ ਦੀ ਗੱਲ ਠੀਕ ਸੀ ਕਿ ਸਿਟੀ ਆਫ ਟੋਰਾਂਟੋ ਦੇ EMPLOYE ਨਹੀਂ ਉਹ ਕੰਪਨੀਆਂ ਨਾਲ ਕੰਮ ਕਰਦੇ ਆ, ਵੱਖ-ਵੱਖ ਸਿਕਿਉਰਿਟੀ ਕੰਪਨੀਆਂ ਨਾਲ, ਕੰਟਰੈਕਟਰ ਦੇ ਥਰੂ ਆਉਂਦੇ, ਉਹਨਾਂ ਨੇ ਕੰਟਰੈਕਟ ਦਿੱਤਾ ਆ। ਹਾਂਜੀ। ਤਾਂ ਉਹਨਾਂ ਦੇ ਜਿਹੜੇ ਕੰਟਰੈਕਟਰਸ ਨੇ ਉਹਨਾਂ ਨੂੰ ਦੱਸਿਆ ਵੀ ਤੁਸੀਂ ਅੱਜ ਤੋਂ ਜਾਂਦੇ ਲੱਗੇ, ਕਿਉਂਕਿ ਸਿਟੀ ਆਫ ਟੋਰਾਂਟੋ ਦੇ ਵਿੱਚ ਸਿਰਫ ਤੇ ਸਿਰਫ N95 ਮਾਸਕ ਪਾ ਕੇ ਜਾ ਸਕਦੇ। ਹਾਂਜੀ। ਵੈਸੇ ਡਾਕਟਰ ਸਾਹਿਬ ਜਿਵੇਂ 100 ਦੇ ਕਰੀਬ ਤਾਂ ਜਿਹੜੇ ਸਿਕਿਉਰਿਟੀ ਗਾਰਡਸ ਸੀਗੇ ਉਹਨਾਂ ਨੂੰ ਜੌਬ ਤੋਂ ਜਾਣ ਲਈ ਕਹਿਤਾ ਸੀ, ਪਰ ਉਹਦੇ ਤੋਂ ਇਲਾਵਾ ਵੀ ਕਾਫੀ ਗਿਣਤੀ ਵਿੱਚ ਸੀ ਜਿਨ੍ਹਾਂ ਨੂੰ ਜਾਂ ਤਾਂ ਫਿਰ ਕਾਫੀ ਜ਼ਿਆਦਾ ਦੂਰ ਦੀਆਂ ਸਾਈਟਸ ਤੇ ਭੇਜਿਆ ਗਿਆ ਸੀ, ਜਾਂ ਫਿਰ ਉਹਨਾਂ ਦੀ ਡਿਮੋਸ਼ਨ ਕੀਤੀ ਗਈ ਸੀ, ਜਿੱਥੇ ਫਿਰ ਉਹਨਾਂ ਦੀ ਜਿਹੜਾ ਪੇ ਹੈਗੀ ਆ ਉਹਨਾਂ ਦੀ ਉਹ ਵੀ ਘਟ ਜਾਂਦੀ ਆ। ਤੇ ਜਿਹੜੇ ਵਰਕਰਸ ਨੂੰ ਜੌਬ ਤੋਂ ਜਾਣ ਨੂੰ ਕਿਹਾ ਗਿਆ ਸੀ ਉਹਨਾਂ ਵੱਲੋਂ ਵੀ ਇਹ ਕਿਹਾ ਗਿਆ, ਕਹਿੰਦੇ ਕਿ ਅਸੀਂ ਸੋਚਦੇ ਸੀਗੇ ਵੀ ਇਸ ਕੰਟਰੀ ਦੇ ਵਿੱਚ ਆ ਕਿ ਸਾਨੂੰ ਧਾਰਮਿਕ ਆਜ਼ਾਦੀ ਤਾਂ ਹੋਊਗੀ, ਪਰ ਇਹ ਬਹੁਤ ਵੱਡਾ ਉਹਨਾਂ ਦੇ ਲਈ ਵੀ, ਇੱਕ ਬੰਦੇ ਨੇ ਕਿਹਾ ਇੰਟਰਵਿਊ ਦੇ ਵਿੱਚ, ਉਹ ਕਹਿੰਦਾ ਕਿ ਮੇਰੇ ਲਈ ਤੇ ਇੱਕ ਬਹੁਤ ਵੱਡਾ ਟਰਾਮਾ ਹੋ ਗਿਆ, ਕਿਉਂਕਿ ਉਹਦਾ ਅੰਮ੍ਰਿਤ ਛਕਿਆ ਸੀ, 5 ਕਕਾਰ ਪਾਏ ਹੋਏ ਸੀ, ਹੈ ਨਾ, ਜਦੋਂ ਉਹਨੂੰ ਇਹ ਕਿਹਾ ਗਿਆ। ਤਾਂ ਸਿੰਪਲ ਲੈਕ ਆਫ ਰਿਸਰਚ। ਤੇ ਪਹਿਲਾਂ ਜਿਹੜੀ ਖਬਰ ਅਸੀਂ ਦਿੱਤੀ ਸੀ ਉਹ ਪਾਸਪੋਰਟ ਵਾਲੀ, ਸਿੰਪਲ ਲੈਕ ਆਫ ਕਲਚਰਲ ਸੈਂਸਿਟਿਵਿਟੀ। ਹਾਂਜੀ। ਜਿਹਨਾਂ ਨੂੰ ਨਾ ਹੀ ਨਹੀਂ ਪੜ੍ਹਨਾ ਆਉਂਦਾ ਉਹ ਰੱਖੇ ਪਾਸਪੋਰਟ 'ਚ। ਹਾਂਜੀ, ਬਿਲਕੁਲ ਰੰਗ ਦੇਖ ਕੇ ਰੱਖ ਦਿੰਦੇ ਬਸ। ਹਾਂਜੀ, ਬਿਲਕੁਲ ਡਾਕਟਰ ਸਾਹਿਬ, ਰੰਗ ਦੇਖ ਕੇ ਰੱਖਦੇ ਆ। ਕਾਬਲੀਅਤ ਹੋਣੀ ਚਾਹੀਦੀ ਹੈ ਜਿਹੜੇ ਵੀ ਪੋਜੀਸ਼ਨ ਦੇ ਉੱਪਰ ਜਦੋਂ ਹਾਇਰਿੰਗ ਹੁੰਦੀ ਹੈ ਆਫੀਸਰਸ ਦੀ, ਦੇਖਣਾ ਚਾਹੀਦਾ ਕਿ ਇਹਨਾਂ ਨੇ ਬੈਠ ਕੇ ਕਮਿਊਨਿਟੀ ਦੇ ਲਈ ਕੰਮ ਕਰਨਾ, ਤੇ ਜਿਹੜੀ ਇੱਥੇ ਕਮਿਊਨਿਟੀ ਹੈਗੀ ਆ ਉਹ ਤੁਹਾਨੂੰ ਪਤਾ ਮਲਟੀਕਲਚਰਲਿਜ਼ਮ ਹੈਗਾ, ਤਾਂ ਫਿਰ ਇੰਨਾ ਤਾਂ ਪਤਾ ਹੋਣਾ ਹੀ ਚਾਹੀਦਾ। ਡਾਕਟਰ ਸਾਹਿਬ ਹੁਣ ਗੱਲ ਕਰਦੇ ਆ ਜਿਹੜੇ ਪ੍ਰਾਈਵੇਟ ਫੋਸਟਰ ਕੇਅਰ ਹੋਮਸ ਹੁੰਦੇ ਆ, ਇੱਕ ਹੁਣ ਇਨਵੈਸਟੀਗੇਸ਼ਨ ਕੀਤੀ ਗਈ ਆ, ਇੱਕ ਦੇਖ ਲਓ ਤੁਸੀਂ ਵੀ, ਆਪਾਂ ਅਕਸਰ ਗੱਲ ਕਰਦੇ ਆ ਕਿ ਜਿਹੜੇ ਨਿਊਜ਼ ਰਿਪੋਰਟਰ ਹੈਗੇ ਆ ਉਹੀ ਕੱਢ ਕੇ ਲੈ ਕੇ ਆਉਂਦੇ ਆ ਖਬਰਾਂ, ਵੈਸੇ ਤਾਂ ਸਿਸਟਮ ਦੇ ਵਿੱਚ ਕੀ ਹੋ ਰਿਹਾ ਇਸ ਵੱਲ ਕੋਈ ਵੀ ਧਿਆਨ ਨਹੀਂ ਦਿੰਦਾ। ਹੁਣ ਗਲੋਬਲ ਨਿਊਜ਼ ਤੇ APTN ਨੇ ਇੱਕ ਇਨਵੈਸਟੀਗੇਟਿਵ ਸਟੱਡੀ ਰਿਪੋਰਟ ਉਹਨਾਂ ਨੇ ਕੀਤੀ ਹੈਗੀ ਆ ਕਿ ਕਿਸ ਤਰੀਕੇ ਦੇ ਨਾਲ ਪ੍ਰਾਈਵੇਟ ਫੋਸਟਰ ਕੇਅਰ ਹੋਮ ਦੇ ਵਿੱਚ ਬੱਚਿਆਂ ਦੇ ਨਾਲ ਟ੍ਰੀਟ ਕੀਤਾ ਜਾਂਦਾ, ਉਹਨਾਂ ਨੂੰ ਪੇ ਚੈੱਕ ਕਹਿ ਕੇ ਬੁਲਾਇਆ ਜਾਂਦਾ, ਕਿੰਨੀਆਂ ਮਾੜੀਆਂ ਕੰਡੀਸ਼ਨਸ ਦੇ ਵਿੱਚ ਉਹਨਾਂ ਨੂੰ ਰੱਖਿਆ ਜਾਂਦਾ। ਇਹ ਪੂਰਾ ਮਸਲਾ ਹੈ ਕਿ ਪਹਿਲਾਂ ਤਾਂ ਇਹ ਪੂਰੀ ਖਬਰ ਦੱਸੋ ਕਿ ਹੈ ਕੀ ਹੈ ਜਿਹੜੀ ਇਹਨਾਂ ਨੇ ਇਨਵੈਸਟੀਗੇਟ ਕੀਤੀ ਹੈਗੀ, ਰਿਪੋਰਟਿੰਗ ਆਪਣੀ ਇਹਨਾਂ ਨੇ ਕੀਤੀ ਆ, ਤੇ ਉਸ ਤੋਂ ਬਾਅਦ ਫਿਰ ਇਹ ਵੀ ਸਵਾਲ ਕਈ ਤਰ੍ਹਾਂ ਦੇ ਉੱਠਦੇ। ਚਲੋ ਸਵਾਲਾਂ ਤੇ ਬਾਅਦ ਆਵਾਂਗੇ, ਪਹਿਲਾਂ ਖਬਰ ਬਾਰੇ ਦੱਸੋ। ਦੇਖੋ, ਇਹ ਜਿਹੜੀ ਇਸ਼ੂ ਹੈਗੀ ਆ ਫੋਸਟਰ ਪੇਰੈਂਟਿੰਗ ਦੀ, ਫੋਸਟਰ ਹੋਮਸ ਦੀ,
ਉਹ ਸਰਕਾਰ ਇਹ ਸਮਝਦੀ ਹੈ ਕਿ ਕਈ ਮਾਂ-ਬਾਪ ਜਿਹੜੇ ਆ ਉਹ ਅਨਫਿਟ ਹੈ ਬੱਚਿਆਂ ਨੂੰ ਪਾਲਣ ਦੇ ਯੋਗ। ਹਾਂਜੀ, ਉਹਨਾਂ ਤੋਂ ਬੱਚੇ ਖੋਹ ਲੈਂਦੇ ਹੈ। ਤਾਂ ਮਿਨਿਸਟਰੀ ਆਫ ਚਿਲਡਰਨਜ਼ ਅਫੇਅਰਸ ਜਿਹੜੀ ਆ ਉਹ ਖੋਹ ਕੇ ਫਿਰ ਫੋਸਟਰ ਪੇਰੈਂਟ ਲੱਭਦੀ ਹੈ ਜਿਹੜੇ ਕਿ ਪੇਰੈਂਟਸ ਵਰਗਾ ਹੀ ਮਾਹੌਲ ਹੋਵੇ, ਉਹਦੀ ਹੋਮ ਸਟੱਡੀ ਕੀਤੀ ਜਾਂਦੀ ਹੈ। ਪਹਿਲਾਂ ਜੇ ਕਿਸੇ ਨੇ ਫੋਸਟਰ ਪੇਰੈਂਟ ਬਣਨਾ ਹੋਵੇ, ਤੁਹਾਡੇ ਉਹ ਸਟੱਡੀ ਕਰਨ ਆਉਂਦੇ ਆ, ਹੋਮ ਸਟੱਡੀ ਜਿਹਨੂੰ ਕਹਿੰਦੇ ਆ, ਦੇਖਣ ਕਿ ਤੁਸੀਂ ਤੁਹਾਡਾ ਪਹਿਲਾਂ ਕ੍ਰਿਮੀਨਲ ਰੈਕਡ ਚੈੱਕ ਕਰਦੇ ਆ, ਘਰ ਕਿੱਦਾਂ ਦਾ ਆ, ਆਲੇ ਦੁਆਲਾ ਕਿੱਦਾਂ ਦਾ ਆ, ਤੁਸੀਂ ਤੁਹਾਡਾ ਸੁਭਾਅ ਕਿੱਦਾਂ ਦਾ ਆ, ਕਿਉਂਕਿ ਬੱਚਿਆਂ ਨੂੰ ਜਿੱਦਾਂ ਦਾ ਪੇਰੈਂਟਸ ਦੇ ਕੋਲ ਮਾਹੌਲ ਹੁੰਦਾ ਇੱਦਾਂ ਦਾ ਦੇਣਾ ਚਾਹੀਦਾ, ਥਿਓਰੈਟੀਕਲੀ ਸਿਧਾਂਤਕ ਤੌਰ ਤੇ। ਤੇ ਇਹ ਗੱਲ ਹੈਗੀ ਆ ਪ੍ਰਾਈਵੇਟ ਫੋਸਟਰ ਤੇ ਗਰੁੱਪ ਹੋਮ ਦੀ, ਅੰਟੇਰੀਓ ਦੀ। ਉੱਥੇ ਉਹਨਾਂ ਨੇ ਦੇਖਿਆ ਕਿ ਜਿਸ ਘਰ ਦੇ ਵਿੱਚ ਬੱਚੇ ਰਹਿ ਰਹੇ ਸੀ ਉਹਦੀਆਂ ਹਾਲਾਤਾਂ ਜਿਹੜੀਆਂ ਉਹਨਾਂ ਨੇ ਡਿਸਕ੍ਰਾਈਬ ਕੀਤੀਆਂ ਵੀ ਚੂਹਾਂ ਦੀਆਂ ਮੀਂਗਣਾਂ ਪਈਆਂ ਸੀ, ਜਿਹੜੀਆਂ ਸਟੇਅਰਸ ਕੀ ਕਹਿੰਦੇ ਨੇ ਆਪਣੇ ਪੌੜੀਆਂ ਨੂੰ ਵਿੱਚ ਟੁੱਟੀਆਂ ਸੀ, ਤੇ ਇਲੈਕਟ੍ਰਿਸਿਟੀ ਦਾ ਵੀ ਕੋਈ ਪ੍ਰਬੰਧ ਨਹੀਂ ਸੀ, ਉਦਾਂ ਹੀ ਤੁਰੀ ਫਿਰਦੇ ਸੀ, ਮਤਲਬ ਪਤਾ ਨਹੀਂ ਲੱਗ ਕਿਸੇ ਨੂੰ ਵੀ ਸ਼ਾਰਟ ਲੱਗ ਸਕਦਾ। ਉੱਥੇ ਪਾਣੀ ਦਾ ਵੀ ਬਹੁਤ ਬੁਰਾ ਹਾਲ ਸੀ। ਉਹ ਕਹਿੰਦੇ ਕਿ ਉਹਨਾਂ ਦੇ ਟੱਬ ਜਿਹੜੇ ਸੀ ਉਹ ਦੇਖਣ ਨਾਲ ਉਹਨੂੰ ਜੰਗ ਲੱਗਾ ਆਇਆ ਸੀ। ਹਾਂਜੀ, ਕਹਿੰਦੇ ਕਿ ਛੱਤ ਵੀ ਜਿਹੜੀ ਸੀ ਬਹੁਤ ਜ਼ਿਆਦਾ ਮਾੜੀ ਕੰਡੀਸ਼ਨ 'ਚ ਸੀ। ਇਹ ਫੋਸਟਰ ਪੇਰੈਂਟਸ ਨੂੰ ਇਹ ਕਹਿੰਦੇ ਕਿ ਮਾਂ-ਬਾਪ ਆਪਣੇ ਬੱਚਿਆਂ ਨੂੰ ਨਹੀਂ ਪਾਲ ਸਕਦੇ, ਅਸੀਂ ਉਹਨਾਂ ਦੇ ਬੱਚੇ ਪਾਲਾਂਗੇ। ਤੇ ਇਹ ਤਰੀਕਾ ਦੇਖੋ ਉਹਨਾਂ ਦੇ ਬੱਚੇ ਪਾਲਣ ਦਾ, ਬੱਚਿਆਂ ਦੀ ਟੇਕ ਕੇਅਰ ਕਰਨ ਦਾ। ਜਿੱਦਾਂ ਮਤਲਬ ਕੋਈ ਹੁੰਦਾ ਨਾ ਜਿੱਥੇ ਗਊਸ਼ਾਲਾ ਦੇ ਵਿੱਚ ਰੱਖੀਆਂ ਗਾਈਆਂ ਰੱਖੀਆਂ ਹੈ, ਏਦਾਂ ਰੱਖੇ ਹੈ। ਸਭ ਤੋਂ ਵੱਡੀ ਗੱਲ ਜਿਹੜੀ ਉਹਨਾਂ ਨੇ ਗੱਲ ਕੀਤੀ ਹੈ ਕਿ ਉਹ ਬੱਚਿਆਂ ਨੂੰ ਪੇ ਚੈੱਕ ਕਹਿ ਕੇ ਬੁਲਾਉਂਦੇ ਹੁੰਦੇ ਸੀ। ਹਾਂਜੀ, ਕਿਉਂਕਿ ਬੱਚਿਆਂ ਦੇ ਪੈਸੇ ਮਿਲਦੇ ਆ। ਹਾਂਜੀ, ਹੁਣ ਸਰਕਾਰ ਜਦੋਂ ਸੋਸ਼ਲ ਅਫੇਅਰਸ ਮਿਨਿਸਟਰੀ ਦੇ ਬੰਦੇ ਜਾਂਦੇ ਆ ਕਿਸੇ ਤੋਂ ਬੱਚਾ ਖੋਹ ਕੇ ਲਿਆਉਂਦੇ ਆ, ਤੇ ਇਹਨਾਂ ਦੇ ਨਾਲ ਪੁਲਿਸ ਵਾਲੇ ਗਏ ਹੁੰਦੇ ਆ ਉਹਨਾਂ ਦਾ ਬੱਚਾ ਖੋਹਣ। ਹਾਂਜੀ, ਤੇ ਇਹਨਾਂ ਬੱਚਿਆਂ ਦੇ ਸਭ ਤੋਂ ਜ਼ਿਆਦਾ ਬੱਚੇ ਖੋਹਦੇ ਆ ਨੇਟਿਵਸ ਦੇ ਜੀ। ਇਹ ਉਸ ਵੇਲੇ ਵੀ ਖੋਹਦੇ ਹੁੰਦੇ ਸੀ ਜਦੋਂ ਰੈਜ਼ੀਡੈਂਸ਼ੀਅਲ ਸਕੂਲ ਚੱਲੇ ਆ, ਤੇ ਅੱਜ ਵੀ ਰੋਣ ਤੋਂ ਬਾਅਦ ਜਸਟਿਨ ਟਰੂਡੋ ਦੇ ਰੋਣ ਤੋਂ ਬਾਅਦ ਵੀ ਖੋਹਦੇ ਆ। ਸਭ ਤੋਂ ਵੱਧ ਬੱਚੇ ਨੇਟਿਵਸ ਦੇ ਖੋਹਦੇ ਆ। ਹਾਂਜੀ, ਤੇ ਇਹਨਾਂ ਦੇ ਉੱਤੇ ਜੇ ਤੁਸੀਂ ਇੱਕ ਬੱਚਾ ਫੋਸਟਰ ਪੇਰੈਂਟਸ ਬਣਨਾ ਚਾਹੁੰਦੇ ਆ ਬੱਚੇ ਦਾ, $1,000 ਤੋਂ $3,000 ਤਾਈਂ ਮਿਲਦਾ। ਸੋ ਐਵਰੇਜ ਤੁਸੀਂ ਕਹਿ ਲਓ ਵੀ $2,000 ਮਿਲਦਾ ਇੱਕ ਬੱਚੇ ਦਾ। ਹਾਂਜੀ, ਤੇ ਤੁਸੀਂ 3 ਜਾਂ 4 ਬੱਚੇ ਕਿਸੇ ਨੇ ਰੱਖੇ ਆ, ਤੇ ਜਾਂ ਜੇ ਕਿਸੇ ਨੇ ਗਰੁੱਪ ਹੋਮ ਬਣਾਇਆ ਜਿੱਥੇ 15-20 ਬੱਚੇ ਰੱਖੇ ਹੋਏ ਆ, ਉਹਨਾਂ ਲਈ ਤਾਂ ਇਹ ਪੇ ਚੱਕ ਹੀ ਆ। ਹਾਂਜੀ, ਕਿਉਂਕਿ ਉਹਨਾਂ ਦੇ ਕੋਲ $20,000 ਆ ਰਿਹਾ ਮਹੀਨੇ ਦਾ ਜੀ। ਤੇ ਇਹ ਕੰਪਨੀ ਵਾਲਿਆਂ ਨੇ ਜਿਨ੍ਹਾਂ ਨੂੰ ਇਨਵੈਸਟੀਗੇਸ਼ਨ ਕੀਤੀ, ਉਹਨਾਂ ਨੇ ਉਹ ਕਹਿੰਦੇ ਕਿ ਇੱਥੇ ਇਹਨਾਂ ਦੇ ਬੁਰੇ ਹਾਲ ਆ ਬੱਚਿਆਂ ਦੇ ਰਹਿਣ ਲਈ, ਪਰ ਇਹਨਾਂ ਬੰਦਿਆਂ ਦੇ ਨਾਂ ਤੇ 10 ਮਿਲੀਅਨ ਦੀ ਪ੍ਰਾਪਰਟੀ ਆ। ਹਾਂਜੀ, ਤਾਂ ਪ੍ਰੋਫਿਟ ਬਣਾ ਰਹੇ ਆ, ਪੈਸੇ ਬਣਾ ਕੇ ਆਪਣੀ ਪ੍ਰਾਪਰਟੀ ਜ਼ਰੂਰ ਬਣਾ ਰਹੇ, ਪਰ ਬੱਚਿਆਂ ਤੇ ਕੋਈ ਖਰਚ ਨਹੀਂ ਕਰ ਰਿਹਾ। ਹਾਂਜੀ, ਕੀ ਉਹਨਾਂ ਨੂੰ ਵਾਕਿਆ ਹੀ ਪੇਰੈਂਟਸ ਜਿੱਦਾਂ ਰੱਖਦੇ ਹੁੰਦੇ ਆ, ਮਾਂ-ਬਾਪ ਰੱਖਦੇ ਆ ਬੱਚਿਆਂ ਨੂੰ ਆਪਣੇ, ਮਾਂ ਕਹਿੰਦੇ ਹੁੰਦੇ ਆ ਵੀ ਬੱਚੇ ਦੇ ਗਿੱਲੇ ਪਾਸੇ ਆਪ ਸੌਂ ਜਾਂਦੀ ਹੈ, ਬੱਚੇ ਨੂੰ ਸੁੱਕੇ ਪਾਸੇ ਲਾਉਂਦੀ ਹੈ। ਹਾਂਜੀ, ਤਾਂ ਕੀ ਵਾਕਿਆ ਹੀ ਇਹ ਗੱਲ ਹੈ ਇੱਥੇ? ਡਾਕਟਰ ਸਾਹਿਬ ਤੁਸੀਂ ਦੇਖੋ ਵੀ ਜਿਹੜੇ ਇਹ ਪ੍ਰਾਈਵੇਟ ਫੋਸਟਰ ਕੇਅਰ ਦੀ ਅਸੀਂ ਗੱਲ ਕਰ ਰਹੇ ਹੈਗੇ, ਕਾਰਨਰ ਹੋਮਸ ਦੇ ਨਾਂ ਦੇ ਨਾਲ ਆ, 40 ਸਾਲਾਂ ਤੋਂ ਇਹ ਆਪਰੇਟ ਕਰ ਰਹੇ ਆ, 40 ਇਅਰਸ, ਤੇ ਇਹਨਾਂ ਦਾ ਜਿਹੜਾ ਲਾਇਸੈਂਸ ਆ ਰਿਨਿਊ ਵੀ ਕੀਤਾ ਜਾਂਦਾ ਮਿਨਿਸਟਰੀ ਵੱਲੋਂ। ਕਿਸ ਬੇਸ ਤੇ ਕੁਝ ਦੇਖਦੇ ਨਹੀਂ ਸੀ ਉੱਥੇ? ਮਿਨਿਸਟਰੀ ਦੀ ਗਾਈਡਲਾਈਨ ਦੇ ਵਿੱਚ ਇਹ ਆ ਵੀ ਹੋਮ ਸਟੱਡੀ ਬਹੁਤ ਜ਼ਰੂਰੀ ਆ। ਇਹਦਾ ਮਤਲਬ ਕੁੱਤੀ ਚੋਰਾਂ ਨਾਲ ਰਲੀ ਆ। ਜਿਹੜੇ ਸੋਸ਼ਲ ਅਫੇਅਰਸ ਦੀ ਮਿਨਿਸਟਰੀ ਦੇ ਵਿੱਚ ਕੰਮ ਕਰਦੇ ਹੋਣੇ ਆ, ਕੀ ਉਹਨਾਂ ਨੇ ਅੱਖਾਂ ਬੰਦ ਕੀਤੀਆਂ ਜਾਂ ਇਹਨਾਂ ਦੇ ਨਾਲ ਹਿੱਸਾ ਪੱਤੀ ਪਾਈ ਹੈ? ਕਿਉਂਕਿ ਬਿਨਾਂ ਹੋਮ ਸਟੱਡੀ ਦੇ ਤੁਸੀਂ ਬੱਚਾ ਨਹੀਂ ਉੱਥੇ ਅਸਾਈਨ ਕਰ ਸਕਦੇ। ਹਾਂਜੀ, ਫਿਰ ਦੇਖੋ ਕਿੰਨੀਆਂ ਸਰਕਾਰਾਂ ਗਈਆਂ, ਕਿੰਨੇ ਅਫਸਰ ਬਦਲੇ ਹੋਣੇ ਆ। ਹਾਂਜੀ, ਇੱਕ ਨਹੀਂ ਆ, 40 ਸਾਲਾਂ ਦੇ ਵਿੱਚ ਕੀ ਕੁਛ ਹੁੰਦਾ ਹੈ। ਹਾਂਜੀ, ਤੇ ਇੱਕ ਪੱਤਰਕਾਰਾਂ ਨੇ, ਗਲੋਬਲ ਟੀਵੀ ਵਾਲਿਆਂ ਨੇ ਤਾਂ APTN ਜਿਹੜਾ ਨੇਟਿਵ ਦਾ ਚੈਨਲ ਹੈ ਇਹ, ਹਾਂਜੀ, ਇਹਨਾਂ ਨੇ ਜੁਆਇੰਟ ਇਨਵੈਸਟੀਗੇਸ਼ਨ ਕੀਤੀ ਤਾਂ ਪਤਾ ਆਇਆ। ਹਾਂਜੀ, ਮਾਮਲਾ ਹੀ ਡਾਕਟਰ ਸਾਹਿਬ ਉਦੋਂ ਸਾਹਮਣੇ ਆਇਆ, ਨਹੀਂ ਤਾਂ ਤੁਸੀਂ ਇਹ ਦੇਖ ਲਓ ਵੀ 40 ਸਾਲ ਹੋ ਗਏ ਬੱਚਿਆਂ ਨੂੰ ਇੰਨੀ ਮਿਜ਼ਰੇਬਲ ਕੰਡੀਸ਼ਨ ਦੇ ਵਿੱਚ ਉੱਥੇ ਰੱਖਿਆ ਜਾਂਦਾ। ਇਹ ਗੱਲਾਂ ਕਰਦੇ ਆ ਕਿ ਉਹਨਾਂ ਦੇ ਪੇਰੈਂਟਸ ਉਹਨਾਂ ਦੀ ਸਹੀ ਤਰੀਕੇ ਨਾਲ ਟੇਕ ਕੇਅਰ ਨਹੀਂ ਕਰਦੇ ਕਿ ਇਹ ਉਹਨਾਂ ਨੂੰ ਬੈਟਰ ਲਾਈਫ ਦੇਣਗੇ। ਇਹੋ ਜਿਹੀ ਥੋੜੀ ਬੈਟਰ ਲਾਈਫ ਹੁੰਦੀ ਹੈ, ਇੰਨੀ ਤਰਸਯੋਗ ਕੰਡੀਸ਼ਨ। ਦੇਖੋ ਜਿਹੜੇ ਬੱਚਿਆਂ ਨੂੰ ਪੇਚਕ ਸਮਝਦੇ ਆ,
ਉਹਨਾਂ ਨੇ ਤਾਂ ਆਹ ਕੁਝ ਬੱਚਾ ਲਿਆਉਂਦੇ ਆ, ਘੱਟ ਤੋਂ ਘੱਟ ਖਰਚਾ ਹੋਵੇ ਤਾਂ ਵੱਧ ਤੋਂ ਵੱਧ ਉਹਨਾਂ ਨੂੰ ਪੈਸੇ ਮਿਲਣ। ਹਾਂਜੀ, ਮੇਨ ਏਮ ਜਿਹੜਾ ਆ ਪ੍ਰਾਈਵੇਟ ਹੋਮਸ ਦਾ ਇਹੀ ਆ। ਜੀ ਜੀ ਬਿਲਕੁਲ ਡਾਕਟਰ ਸਾਹਿਬ, ਇਹ ਤਾਂ ਸੱਚੀ ਬਹੁਤ ਜ਼ਿਆਦਾ ਕਹਿ ਲਓ ਕਿ ਤੁਸੀਂ ਰੌਂਗਟੇ ਖੜੇ ਕਰਨ ਵਾਲੀ ਸਿਚੁਏਸ਼ਨ ਹੈਗੀ ਹੈ, ਕਿਉਂਕਿ ਜਦੋਂ ਆਪਾਂ ਇਸ ਰਿਪੋਰਟ ਨੂੰ ਡਿਟੇਲ ਦੇ ਵਿੱਚ ਜਾ ਕੇ ਦੇਖਦੇ ਹਾਂ ਕਿ ਬੱਚਿਆਂ ਨੂੰ ਇਹੋ ਜਿਹੀਆਂ ਮਿਜ਼ਰੇਬਲ ਕੰਡੀਸ਼ਨਸ ਦੇ ਵਿੱਚ ਉਹਨਾਂ ਤੇ ਇੱਕ ਤਰ੍ਹਾਂ ਦੇ ਨਾਲ ਤਸ਼ੱਦਦ ਹੀ ਕੀਤਾ ਜਾਂਦਾ, ਤਾਂ ਫਿਰ ਬੱਚਿਆਂ ਦੇ ਵਿੱਚ ਗੁੱਸਾ ਆਉਣਾ ਹੀ ਆ। ਫਿਰ ਕਈ ਵਾਰੀ ਕਹਿ ਦਿੰਦੇ ਕਿ ਜਿਹੜੇ ਫੋਸਟਰ ਕਿਡਸ ਹੁੰਦੇ ਆ ਉਹਨਾਂ 'ਚ ਫਰਸਟ੍ਰੇਸ਼ਨ ਆ, ਗੁੱਸਾ, ਉਹਨਾਂ ਦੇ ਵਿੱਚ ਮੈਨਰਸ ਨਹੀਂ ਬਾਕੀ ਬੱਚਿਆਂ ਦੀ ਤਰ੍ਹਾਂ ਨਾਰਮਲ ਨਹੀਂ। ਹੁਣ ਤੁਸੀਂ ਆਪ ਦੇਖੋ ਇਹੋ ਜਿਹੀਆਂ ਕੰਡੀਸ਼ਨਸ ਦੇ ਵਿੱਚ ਬੱਚੇ ਪਲ ਰਹੇ ਆ, ਬੱਚੇ ਸੁਸਾਈਡ ਕਰਦੇ। ਹਾਂਜੀ, ਤੇ ਫਿਰ ਪਤਾ ਕਰਨ ਦੇ, ਫਿਰ ਇਨਵੈਸਟੀਗੇਸ਼ਨ ਜਿੱਦਾਂ ਪੰਜਾਬ 'ਚ ਹੁੰਦੀਆਂ ਨਾ, ਹਰੇਕ ਚੀਜ਼ ਬਾਰੇ SIT ਬਿਠਾਉਂਦੇ। ਇੱਥੇ ਵੀ SIT ਬਹੁਤ ਬੈਠਦੀਆਂ। ਹਾਂਜੀ, ਜਦੋਂ ਮਰ ਗਿਆ ਬੱਚਾ ਫਿਰ SIT ਬਿਠਾਉਣੀ, ਪਹਿਲਾਂ ਕੋਈ ਇਨਵੈਸਟੀਗੇਸ਼ਨ ਨਹੀਂ, ਪਹਿਲਾਂ ਤਾਂ ਕੁਝ ਨਹੀਂ ਕਰਦੇ। ਡਾਕਟਰ ਸਾਹਿਬ ਤੁਸੀਂ ਦੇਖੋ ਹੁਣ ਵੀ ਓਨਟਾਰੀਓ ਦੇ ਵਿੱਚ ਚਾਈਲਡ ਏਡ ਸੁਸਾਇਟੀਜ਼ ਦੀ ਰਿਸਪੌਂਸਿਬਿਲਿਟੀ ਬਣਦੀ ਆ ਕਿ ਬੱਚਿਆਂ ਦੇ ਨਾਲ ਉਹ ਚੈੱਕ ਕਰਨ ਵੀ ਕਿਸੇ ਤਰ੍ਹਾਂ ਦਾ ਅਬਿਊਜ਼ ਤਾਂ ਨਹੀਂ ਹੋ ਰਿਹਾ, ਕਿਸੇ ਤਰ੍ਹਾਂ ਦੀ ਲਾਪਰਵਾਹੀ ਤਾਂ ਨਹੀਂ ਵਰਤੀ ਜਾ ਰਹੀ ਹੈਗੀ, ਜਿਹੋ ਜਿਹੀ ਉਹਨਾਂ ਨੂੰ ਸਹੂਲਤਾਂ ਦੀ ਜ਼ਰੂਰਤ ਉਹਨਾਂ ਨੂੰ ਮਿਲ ਰਹੀਆਂ ਨੇ, ਪਰ ਉਹ ਆਪਣੀ ਡਿਊਟੀ ਕਿਉਂ ਨਹੀਂ ਫਿਰ ਕਰਦੇ ਤੇ ਉਹਨਾਂ ਤੇ ਕੋਈ ਸਵਾਲ ਨਹੀਂ, ਕੋਈ ਕੁਛ ਨਹੀਂ। ਹੁਣ ਉਹਨਾਂ ਨੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾ ਦੇਣੀ ਹੈ ਤੇ ਇੱਥੇ BC 'ਚ ਹਾਲੇ ਕੋਈ ਇਨਵੈਸਟੀਗੇਸ਼ਨ ਨਹੀਂ ਹੋਈ ਤੇ ਇਹ ਚੁੱਪ ਕਰਕੇ ਬੈਠੇ ਆ। ਹਾਂਜੀ, ਜਦੋਂ ਇਹਨਾਂ ਦੇ ਸਾਹਮਣੇ ਆਉਣੀ ਹੈ ਇੱਥੇ ਇੱਕ BC ਫਰਸਟ ਨੇਸ਼ਨਸ ਦੀ ਕਾਨਫਰੰਸ ਦੀ, ਉਹ ਕਹਿੰਦੇ ਕਿ ਜਿੰਨੇ ਬੱਚੇ ਸਾਡੇ ਪਹਿਲਾਂ ਲੈ ਕੇ ਜਾਂਦੇ ਹੁੰਦੇ ਸੀ ਉਨੇ ਹੀ ਹੁਣ ਲੈ ਕੇ ਜਾਂਦੇ ਆ। ਬਦਲਿਆ ਦੱਸੋ ਕੀ ਹੈ ਇੱਥੇ? ਜੀ, ਜਿਹੜੇ ਤੁਸੀਂ ਟਾਈਮ ਪੀਰੀਅਡ ਨੂੰ ਕੰਡੈਮ ਕਰਦੇ ਆ, ਰੋਨੇ ਆ ਕਿ ਉਹਨਾਂ ਦੇ ਮੂਹਰੇ ਅਪੋਲੋਜੀ ਕਰਦੇ ਆ, ਜਿੰਨੇ ਬੱਚੇ ਸਾਡੇ ਉਦੋਂ ਖੋਹਦੇ ਸੀ ਉਨੇ ਹੀ ਹੁਣ ਖੋਹਨੇ। ਤਾਂ ਉਹਨਾਂ ਦੇ ਫਾਸਟਰ ਪੇਰੈਂਟਸ ਜਿਹੜੇ ਲੈ ਕੇ ਆਉਂਦੇ ਆ ਉਹਨਾਂ ਦੇ ਵਿੱਚ ਮੈਂਟਲ ਪ੍ਰੋਬਲਮ ਹੁੰਦੀਆਂ, ਗਰੋਨ ਚਿਲਡਰਨ ਦੇ ਵਿੱਚ ਸੁਸਾਈਡ ਕਰਦੇ ਆ। ਜਦੋਂ ਕੋਈ ਬੱਚਾ ਸੁਸਾਈਡ ਕਰ ਲੈਂਦਾ ਫਿਰ ਇਹ SIT ਬਿਠਾਉਂਦੇ। ਹਾਂਜੀ, ਫਿਰ ਉਹਦੀ ਇਨਵੈਸਟੀਗੇਸ਼ਨ ਸ਼ੁਰੂ ਹੁੰਦੀ। ਪਹਿਲਾਂ ਕਿਉਂ ਨਹੀਂ ਹੁੰਦੀ? ਡਾਕਟਰ ਸਾਹਿਬ ਤੁਸੀਂ ਇਸ ਰਿਪੋਰਟ ਨੂੰ ਜਦੋਂ ਮੈਂ ਦੇਖਿਆ ਨਾ, ਮੈਂ ਪੜ੍ਹ ਰਹੀ ਸੀ ਤਾਂ ਮੈਂ ਬਹੁਤ ਜ਼ਿਆਦਾ ਹੈਰਾਨ ਸੀ। ਬੱਚਿਆਂ ਦੇ ਲਈ ਜਿਹੜਾ ਫੂਡ ਬਜਟ ਆ ਉਹਨੂੰ ਲਿਮਿਟ ਕੀਤਾ ਜਾਂਦਾ ਸੀ, ਪ੍ਰੋਪਰ ਉਹਨਾਂ ਨੂੰ ਖਾਣਾ ਨਹੀਂ ਸੀ ਦਿੱਤਾ ਜਾਂਦਾ। ਆਪਾਂ ਕਹਿ ਦਿੰਦੇ ਆ ਕਿ ਰੈਕ੍ਰੀਏਸ਼ਨਲ ਐਕਟੀਵਿਟੀਜ਼ ਉਹ ਤਾਂ ਬਿਲਕੁਲ ਹੀ ਨਹੀਂ, ਜ਼ੀਰੋ ਨਾ ਮਾਤਰ ਸੀਗੇ। ਵੀ ਕਿਸ ਤਰੀਕੇ ਦਾ ਇਹ ਵਿਕਾਸ ਕਹਿੰਦੇ ਆ ਕਿ ਅਸੀਂ ਜੀ ਫੋਸਟਰ ਹੋਮਸ ਦੇ ਵਿੱਚ ਬੱਚਿਆਂ ਨੂੰ ਰੱਖ ਕੇ ਵਧੀਆ ਸਹੂਲਤਾਂ ਦਿੰਦੇ ਆ, ਵਧੀਆ ਤਰੀਕੇ ਦੇ ਨਾਲ ਪਾਲਦੇ ਆ। ਵਧੀਆ ਤਰੀਕਾ ਇਹੀ ਆ ਵੀ ਜਿਹੜੇ ਫੋਸਟਰ ਪੇਰੈਂਟਸ ਆ ਤੇ ਜਿਹੜੇ ਉਹਨਾਂ ਦੇ ਗਰੁੱਪ ਹੋਮਸ ਦੇ ਓਨਰ ਆ ਉਹਨਾਂ ਦੇ ਕੋਲ ਪੈਸਾ ਹੈ। ਉਹਨਾਂ ਨੇ ਤਾਂ ਡਾਕਟਰ ਸਾਹਿਬ ਕਿੰਨੀਆਂ ਸਾਰੀਆਂ ਪ੍ਰਾਪਰਟੀਆਂ ਬਣਾਈਆਂ ਹੋਈਆਂ ਨੇ, ਕਿੰਨੇ ਬਿਜ਼ਨਸ ਰਨ ਕਰ ਰਹੇ ਆ। ਹੁਣ ਜਦੋਂ ਆਹ ਗਲੋਬਲ ਵਾਲੇ ਤੇ ਜਿਹੜੇ ਦੂਸਰੇ ਇਹਨਾਂ ਦੇ ਸਹਿਯੋਗੀ ਹੈਗੇ ਆ ਚੈਨਲ ਵਾਲੇ, ਇਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਵੀ ਜਿਹੜੇ ਲੋਕ ਉਹਨੂੰ ਰਨ ਕਰਦੇ ਸੀ ਉਸ ਪ੍ਰਾਈਵੇਟ ਫੋਸਟਰ ਹੋਮ ਨੂੰ, ਵੀ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾ ਸਕੇ। ਪਰ ਤੁਹਾਨੂੰ ਪਤਾ ਕਿ ਉਹਨਾਂ ਕੋਲ ਕਿਸੇ ਸਵਾਲ ਦਾ ਜਵਾਬ ਹੋਣਾ ਹੀ ਨਹੀਂ, ਉਹਨਾਂ ਨੇ ਬਿਲਕੁਲ ਵੀ ਗੱਲਬਾਤ ਕਰਨ ਤੋਂ ਇਨਕਾਰ ਹੀ ਕਰ ਦਿੱਤਾ ਹੈ। ਜੀ, ਸਭ ਤੋਂ ਪਹਿਲੀ ਗੱਲ ਇਹ ਹੋਣੀ ਆ ਕਿ ਓਨਟਾਰੀਓ ਦੀ ਸਰਕਾਰ ਨੇ ਪਬਲਿਕ ਰਿਲੇਸ਼ਨਸ ਵਾਲਿਆਂ ਨੂੰ ਲੈ ਕੇ ਆਉਣਾ। ਹਾਂਜੀ, ਕਿ ਤੁਸੀਂ ਆ ਜਿਹੜੀ ਨੈਗੇਟਿਵ ਰਿਪੋਰਟ ਆਈ ਆ ਇਹਨੂੰ ਹੁਣ ਆਪਾਂ ਸਪਿਨ ਕਿੱਦਾਂ ਕਰਨਾ। ਜੀ, ਜੇ ਮਨ ਦੇ ਵਿੱਚ ਹੋਵੇ ਕਿ ਅਸੀਂ ਵਾਕਿਆ ਹੀ ਇਹ ਕਲਚਰ ਚੇਂਜ ਕਰਨਾ ਹੈ, ਫੇਰ ਇਹ ਹੋਣਾ ਹੀ ਨਹੀਂ ਸੀ। ਪਹਿਲੀ ਗੱਲ ਹੀ ਹੋਣਾ ਹੀ ਨਹੀਂ ਸੀ। ਸਮੇਂ ਤੋਂ ਰਿਪੋਰਟਸ ਆਉਂਦੀਆਂ ਆ ਤੇ ਸਰਕਾਰਾਂ ਦਾ ਡੀਲ ਕਰਨ ਦਾ ਇਹੀ ਤਰੀਕਾ ਹੁੰਦਾ ਕਿ ਉੱਤੇ ਸਪਿਨ ਕਿੱਦਾਂ ਪਾਉਣੀ ਹੈ। ਹਾਂਜੀ, ਜਾਂ ਕਿ ਇਹ ਜਿਹੜਾ ਹੁਣ ਗੰਦ ਸਾਹਮਣੇ ਆ ਗਿਆ ਇਹ ਤੇ ਚਿੱਟੀ ਚਾਦਰ ਕਿੱਦਾਂ ਪਾਉਣੀ ਹੈ, ਲੋਕਾਂ ਦਾ ਧਿਆਨ ਕਿਵੇਂ ਹਟਾਉਣਾ। ਹੁਣ ਬਸ ਹੁਣ ਸਾਰਾ ਧਿਆਨ ਇਹਨਾਂ ਦਾ ਇਸ ਪਾਸੇ ਹੀ ਲੱਗ ਜਾਣਾ। ਡਾਕਟਰ ਸਾਹਿਬ ਰੁੱਖ ਕਰਦੇ ਆ ਅਗਲੀ ਖਬਰ ਵੱਲ। ਸਾਨੂੰ ਯਾਦ ਹੋਣਾ ਕਿ ਫੈਡਰਲ ਸਰਕਾਰ ਨੇ ਅਨਾਉਂਸ ਕੀਤਾ ਸੀ ਕਿ ਜਿਹੜੇ BC ਦੇ ਰੈਂਟਰਸ ਹੈਗੇ ਆ ਇਹਨਾਂ ਨੂੰ ਵਨ ਟਾਈਮ ਪੇਮੈਂਟ $500 ਦੀ ਉਹ ਕਰਨਗੇ। ਉਹ ਕਹਿੰਦੇ ਸੀ ਕਿ ਮਹਿੰਗਾਈ ਦੇ ਜ਼ਮਾਨੇ ਦੇ ਵਿੱਚ ਬਹੁਤ ਮੁਸ਼ਕਲ ਦੇ ਨਾਲ ਗੁਜ਼ਾਰਾ ਹੋ ਰਿਹਾ, ਥੋੜੀ ਜਿਹੀ ਉਹਨਾਂ ਨੂੰ ਰਾਹਤ ਦੇਣੀ ਚਾਹੁੰਦੇ ਨੇ, ਇਸ ਕਰਕੇ ਉਹਨਾਂ ਨੇ ਇਹ ਐਲਾਨ ਤਾਂ ਕਰ ਦਿੱਤਾ। ਪਰ ਉਸ ਤੋਂ ਬਾਅਦ ਨਾ ਤਾਂ ਉਹਨਾਂ ਨੇ ਇਹ ਦੱਸਿਆ ਵੀ ਇਹ ਕਦੋਂ ਤੋਂ $500 ਕਿਸੇ ਨੂੰ ਮਿਲਣਾ ਸ਼ੁਰੂ ਹੋਣਾ ਤੇ ਕਿਸੇ ਨੂੰ ਮਿਲਿਆ ਹੁਣ ਤੱਕ ਹੈ ਨਹੀਂ। ਇਹ ਪੂਰੀ ਖਬਰ ਬਾਰੇ ਆਪਣੇ ਸਰੋਤਿਆਂ ਨੂੰ ਦੱਸੋ ਵੀ ਹੋਇਆ ਕਿ ਸਿਰਫ ਐਲਾਨ ਹੀ ਕਰਨਾ ਸੀ ਉਹਨਾਂ ਨੇ। ਦੇਖੋ, ਇਹਨਾਂ ਨੇ $99-100 ਮਿਲੀਅਨ ਦੇ ਪ੍ਰੋਗਰਾਮ ਲਿਖੇ ਸੀ ਪਿਛਲੇ ਬਜਟ ਦੇ ਵਿੱਚ ਕਿ ਲੋਕਾਂ ਦੀ ਮਦਦ ਕਰਨੀ ਹੈ। ਅਸੀਂ ਪਿੱਛੇ ਜੇ ਖਬਰ ਪੜ੍ਹਦੇ ਸੀ ਕਿ ਮੈਂਟਲ ਹੈਲਥ ਲਈ ਜਿਹੜੇ ਪੈਸੇ ਦੇਣੇ ਸੀ ਉਹ ਪਹੁੰਚੇ ਨਹੀਂ। ਹਾਂਜੀ, ਤੇ ਰੈਂਟਲ ਦੇ ਕੋਲੋਂ ਪਹਿਲੀ ਗੱਲ ਇਹ ਦੇਖੋ
ਅੱਜ ਕੱਲ੍ਹ ਦੀ ਰੈਂਟਲ ਮਾਰਕੀਟ ਖਾਸ ਤੌਰ ਤੇ ਮੈਟਰੋ ਸਿਟੀਜ਼ ਦੇ ਵਿੱਚ $500 ਮਤਲਬ ਇਹਦਾ ਹੈ ਕੋਈ? ਤੁਹਾਨੂੰ ਇੱਕ ਬੈੱਡਰੂਮ ਦਾ ਸਰੀ ਦੇ ਵਿੱਚ ਤੁਹਾਨੂੰ 1500 ਤੋਂ ਘੱਟ ਨਹੀਂ, 2000 ਤੋਂ ਘੱਟ ਨਹੀਂ ਮਿਲਦਾ। ਹਾਂਜੀ। ਤਾਂ ਉਹ 'ਚ 500 ਤੁਸੀਂ ਕਿਹਾ ਤਾਂ ਦੇ ਦਿਓ ਕਮ ਸੇ ਕਮ, ਜੇ ਕਿਹਾ ਹੀ ਆ ਤਾਂ ਉਹ ਦੇ ਦਿਓ। ਪਰ ਉਹ ਵੀ ਪੈਸੇ ਰੱਖ ਕੇ ਬੈਠੇ ਆ, ਉਹਨਾਂ ਨੇ ਬਜਟ ਪਾਸ ਕਰਤਾ, ਉਸ ਤੋਂ ਬਾਅਦ ਬਿਊਰੋਕਰੇਟਸ ਨੂੰ ਪੁੱਛਣ ਵਾਲਾ ਫ੍ਰੀਲੈਂਡ ਨਹੀਂ ਪੁੱਛਣਾ। ਹਾਂਜੀ। ਤੇ ਇਹਨਾਂ ਨੂੰ ਤਾਂ ਕੋਈ ਯੂਕਰੇਨੀਅਨ ਰਿਫਿਊਜੀ ਤੋਂ ਬਿਨਾਂ ਇਹਨਾਂ ਦੇ ਕੋਲ ਕੋਈ ਕੁਛ ਨਹੀਂ। ਹਾਂਜੀ। ਜੇ ਇੱਕ ਇਸ਼ੂ ਲੱਭ ਪਈ ਹੈ ਜਸਟਨ ਟਰੂਡੋ ਨੂੰ, ਤੇ ਇਹਨਾਂ ਨੂੰ ਯੂਕਰੇਨੀਅਨ ਰਿਫਿਊਜੀ ਮਿਲ ਗਏ। ਹੋਰ ਪਾਸਪੋਰਟ ਲਈ ਹੁਣੇ ਅੱਜ ਖਬਰ ਹੈ ਕਿ ਉਹਨਾਂ ਨੇ ਟੈਂਡਰ ਭਰੇ ਆ ਫੈਡਰਲ ਸਰਕਾਰ ਨੇ ਕਿ ਕੁਰਸੀਆਂ ਜਿਹੜੀਆਂ ਹੁੰਦੀਆਂ ਕੁਛ ਬਾਹਾਂ ਵਾਲੀਆਂ ਕੁਛ ਬਾਹਾਂ ਤੋਂ ਬਿਨਾਂ, ਇਹ ਆਰਡਰ ਕਰਨੀਆਂ ਕਿ ਲੋਕੀ ਜਿਹੜੇ ਪਾਸਪੋਰਟ ਦੇ ਡਾਕਟਰ ਸਾਹਿਬ ਵੈਸੇ ਹੈ ਹੀ ਹਾਸੇ ਵਾਲੀ ਗੱਲ। ਤੁਸੀਂ ਸੋਚੋ ਸੋਲੂਸ਼ਨ ਕੀ ਦੇ ਰਹੇ ਹੈਗੇ ਜੇ ਪਾਸਪੋਰਟ ਦੇ ਬਾਹਰ ਲੰਬੀਆਂ ਲਾਈਨਸ ਹੈ। ਹੁਣ ਸੋਲੂਸ਼ਨ ਇਹ ਆ ਕਿ ਲੋਕੀ ਲਾਈਨ 'ਚ ਕਹਿੰਦੇ ਖੜਦੇ ਆ, ਕੋਈ ਗੱਲ ਨਹੀਂ ਖੜੇ ਰਹੋ, ਪਰ ਹੁਣ ਤੁਸੀਂ ਬੈਠੋਗੇ ਅਸੀਂ ਕੁਰਸੀਆਂ ਆਰਡਰ ਕਰਨ ਲੱਗੇ ਹਾਂ। ਮਤਲਬ ਦੇਖੋ ਬੇਸ਼ਰਮੀ ਸਰਕਾਰ ਦੀ ਕਿ ਅਸੀਂ ਸੋਲੂਸ਼ਨ ਕੋਈ ਨਹੀਂ ਦੇਣਾ, ਪਰ ਤੁਹਾਡੇ ਬੈਠਣ ਦਾ ਇੰਤਜ਼ਾਰ ਕਰ ਦੇਵਾਂਗੇ ਅਸੀਂ। ਹੁਣ ਇੱਕ US ਦੇ ਵਿੱਚ ਵੀ ਆਹ ਪ੍ਰੋਬਲਮ ਆਈ ਸੀ ਪਹਿਲਾਂ, ਕਿਉਂਕਿ ਪੈਂਡੇਮਿਕ ਖੁੱਲੇ ਤੇ ਉਹਨਾਂ ਨੂੰ ਵੀ ਪਤਾ ਲੱਗਿਆ। ਉਹਨਾਂ ਨੇ ਫਟਾਫਟ ਹੀ 1 ਸਾਲ ਦੀ ਐਕਸਟੈਂਸ਼ਨ ਦੇਤੀ ਜਿਹੜੇ ਐਕਸਪਾਇਰਡ ਪਾਸਪੋਰਟ ਸੀ। ਹਾਂਜੀ। ਜਿਹੜਾ ਪਾਸਪੋਰਟ ਪਹਿਲਾਂ ਕਿਸੇ ਨੇ ਬਣਾਇਆ ਉਹ ਇਲੀਗਲ ਤਾਂ ਬਣਾ ਨਹੀਂ ਲਿਆ ਕਿਸੇ ਨੇ। ਹਾਂਜੀ। ਲੀਗਲੀ ਤੌਰ ਤੇ ਤੁਸੀਂ ਡਾਕੂਮੈਂਟ ਲੈ ਕੇ 10 ਸਾਲ ਫਿਰਦੇ ਰਹੇ ਆ ਜੀ। ਤੇ ਬਹੁਤੇ ਬੰਦੇ ਜਿਹੜੇ ਇੱਕ ਏਜ ਦੇ ਆ ਉਹਨਾਂ ਦੀ ਸ਼ਕਲ ਨਹੀਂ ਬਦਲਦੀ। ਹਾਂ, ਕਿਸੇ ਨੇ ਪਾਸਪੋਰਟ ਬਣਾਇਆ ਹੋਵੇ 13 ਸਾਲਾਂ ਦੇ, ਉਹ 18 ਸਾਲਾਂ ਦੀ ਉਹਨਾਂ ਦੀ ਸ਼ਕਲ ਬਦਲ ਜਾਂਦੀ, ਉਹਦੀ ਐਕਸਟੈਂਸ਼ਨ ਦੇਣ ਲਈ ਤੁਹਾਨੂੰ ਪ੍ਰੋਬਲਮ ਪੈਣੀ ਹੈ। ਹਾਂਜੀ। ਕਿਉਂਕਿ ਉਹਦੀ ਸ਼ਕਲ ਬਦਲੀ ਹੈ ਹੁਣ। ਉਹ ਵੈਸੇ ਵੀ ਉਹਨਾਂ ਨੂੰ 5 ਸਾਲਾਂ ਦੇ ਦਿੰਦੇ, ਤੇ ਉਹਨਾਂ ਦਾ ਬਣਾ ਦਿਓ, ਕੋਈ ਗੱਲ ਨਹੀਂ। ਬਾਕੀਆਂ ਦਾ 1 ਸਾਲ ਦੀ 2 ਸਾਲ ਦੀ ਐਕਸਟੈਂਸ਼ਨ ਦੇਣੀ ਕੋਈ ਵੱਡੀ ਗੱਲ ਨਹੀਂ। ਡਾਕਟਰ ਸਾਹਿਬ ਦੇਖੋ ਕਿੰਨਾ ਸੌਖਾ ਸੋਲੂਸ਼ਨ ਹੈ, ਜੇ 1 ਸਾਲ ਦੀ ਐਕਸਟੈਂਸ਼ਨ ਦੇ ਦਿੰਦੇ ਇੰਨੀ ਪ੍ਰੋਬਲਮ ਆਉਣੀ ਨਹੀਂ ਸੀ। ਜਿਹੜੇ ਲੋਕੀ ਐਕਸਪਾਇਰ ਹੋਇਆ ਪਾਸਪੋਰਟ ਲੈ ਕੇ ਬੈਠੇ ਆ ਉੱਥੇ ਵੀ ਅਸੀਂ ਨਵਾਂ ਬਣਾਉਣਾ, ਕਮ ਸੇ ਕਮ ਉਹ ਤਾਂ ਲਾਈਨ ਚੋਂ ਨਿਕਲਣ। ਹਾਂਜੀ। ਪਰ ਇਹ ਕਹਿੰਦੇ ਕਿ ਲਾਈਨ 'ਚ ਤੁਸੀਂ ਖੜੇ ਰਹੋ, ਅਸੀਂ ਕੁਰਸੀਆਂ ਪ੍ਰੋਵਾਈਡ ਕਰਦੇ ਹਾਂ, ਕੁਰਸੀਆਂ ਦੇ ਦੇਣੀਆਂ। ਡਾਕਟਰ ਸਾਹਿਬ ਸੋਲੂਸ਼ਨ ਦੇਖੋ, ਸੋਲੂਸ਼ਨ ਕੋਈ ਨਹੀਂ ਦੇਣਾ ਹੈਗਾ। ਮਤਲਬ ਲਾਈਨ ਅਪਸ ਜਿਹੜੀਆਂ ਹੈਗੀਆਂ ਉਹਨੀਆਂ ਲੰਬੀਆਂ ਹਨ, ਆਰਾਮ ਨਾਲ ਜਾ ਕੇ ਬੈਠ ਜਾਣ ਉੱਥੇ, ਫਿਰ ਕਿਤੇ ਕਹਿ ਦੇਣਗੇ ਅਸੀਂ ਬੈੱਡ ਪ੍ਰੋਵਾਈਡ ਕਰ ਦਿੰਦੇ ਹਾਂ ਵੀ ਤੁਸੀਂ ਇੱਥੇ ਰਾਤ ਨੂੰ ਆ ਕੇ ਲਾਈਨਾਂ 'ਚ ਲੱਗਦੇ ਜੋ ਕੁਰਸੀਆਂ ਤੇ ਬਹਿੰਦੇ ਹੋ, ਇੱਥੇ ਸੌਂ ਲਿਆ ਕਰੋ। ਇਹ ਤਾਂ ਕੋਈ ਸੋਲੂਸ਼ਨ ਨਾ ਹੋਇਆ। ਕਹਿੰਦਾ ਬਰਾਤੀਆਂ ਲਈ ਸਾਡੇ ਤੋਂ ਖਾਣ ਪੀਣ ਲਈ ਕੁਛ ਨਹੀਂ, ਪਰ ਕੁਰਸੀਆਂ ਹੈਗੀਆਂ, ਬੈਠੋ ਤੁਸੀਂ। ਹਾਂਜੀ ਡਾਕਟਰ ਸਾਹਿਬ ਵੈਸੇ ਬਹੁਤ ਹਾਸੋਹੀਣੀ ਵੀ ਗੱਲ ਆ, ਪਰ ਇਹ ਬਹੁਤ ਚਿੰਤਾਜਨਕ ਵੀ ਗੱਲ ਹੈਗੀ ਆ ਕਿ ਕੁਰਸੀਆਂ ਪ੍ਰੋਵਾਈਡ ਕਰ ਦਿੱਤੀਆਂ ਬੈਠਣ ਦੇ ਲਈ ਸੋਲੂਸ਼ਨ ਦੇਣ ਦੀ ਬਜਾਏ। ਬਹੁਤ ਕਾਲਮਨਿਸਟ ਅੱਜ ਕੱਲ੍ਹ ਇਹੀ ਲਿਖਦੇ ਆ ਕਿ ਇਹਨਾਂ ਦੇ ਵਿੱਚ ਕੋਈ ਬੰਦਾ ਕਾਬਲ ਦੇ ਹੈਗਾ, ਇੱਕ ਵੀ ਬੰਦਾ। ਤੁਸੀਂ ਬਾਲ ਦੇਖ ਕੇ ਹੀ ਉਹਨੂੰ ਚੁਣ ਲਿਆ। ਬਾਕੀ ਦੇ ਮਿਨਿਸਟਰ ਵੀ ਇਦਾਂ ਦੀ। ਇੱਕ ਸਰਕਾਰ ਹੈ, ਕੋਈ ਸੋਲੂਸ਼ਨ ਦੇਵੇ, ਕੋਈ ਸੋਚੇ। ਉਹਨਾਂ ਦੇ ਕੋਲ ਜਿਹੜੇ ਬਿਊਰੋਕਰੇਟਸ ਬੈਠੇ ਆ ਉਹ ਤਾਂ ਪੜ੍ਹੇ ਲਿਖੇ ਬੰਦੇ ਬੈਠੇ ਆ, ਉਹਨਾਂ ਦਾ ਤਜਰਬਾ ਆ। ਹਾਂਜੀ। ਉਹਨਾਂ ਨੂੰ ਪੁੱਛੋ ਵੀ ਭਾਈ ਬੈਠੋ ਇਕੱਠੇ ਹੋ ਕੇ ਇੱਕ ਟੇਬਲ ਤੇ ਕਿ ਇਹਦਾ ਸੋਲੂਸ਼ਨ, ਇਹਦਾ ਹੱਲ ਹੈ ਕੀ। ਹਾਂਜੀ। ਆਊਗਾ, ਤੁਸੀਂ ਐਕਸਪਰਟਸ ਨੂੰ ਪੁੱਛ ਲਓ। ਬਹੁਤ ਐਕਸਪਰਟ ਜਿਹੜੇ ਦੱਸਣ ਲੱਗੇ ਆ ਵੀ ਆਹ ਕਰ ਦਿਓ, ਆਹ ਕਰ ਦਿਓ। ਸਰਕਾਰ ਹੈ ਕਿ ਸੁਣਨ 'ਚ ਸਰਕਾਰ ਦੇ ਕੰਨਾਂ ਤੇ ਜੂੰ ਨਹੀਂ ਸਰਕ ਰਹੀ ਡਾਕਟਰ ਸਾਹਿਬ। ਨਹੀਂ, ਕੋਈ ਨਹੀਂ ਲੋਕਾਂ ਤੇ ਨਾ ਬਿਲਕੁਲ ਵੀ ਨਹੀਂ ਹੈਗਾ। ਤੁਸੀਂ ਆਪ ਦੇਖ ਲਓ ਕਿੰਨਾ ਮਾੜਾ ਹਾਲ। ਆਪਾਂ ਕਿੰਨੀਆਂ ਨਿਊਜ਼ ਸ਼ੇਅਰ ਕੀਤੀਆਂ ਹੈਗੀਆਂ ਨੇ। ਮੌਂਟਰੀਅਲ ਦੇ ਵਿੱਚ ਪੁਲਿਸ ਨੂੰ ਬੁਲਾਉਣਾ ਪੈ ਗਿਆ ਸੀ ਜਦੋਂ ਲੋਕਾਂ ਦੇ ਵਿੱਚ ਆਪਸੀ ਲੜਾਈ ਸ਼ੁਰੂ ਹੋ ਗਈ ਸੀ ਲੰਬੀਆਂ ਕਤਾਰਾਂ ਦੇ ਕਰਕੇ। ਤੇ ਇੱਥੇ ਵੀ ਆਪਾਂ ਨੇ ਕਿੰਨੀ ਵਾਰੀ ਦੱਸਿਆ ਕਿ ਲੋਕੀ ਰਾਤ ਨੂੰ ਆ ਕੇ ਲੱਗੇ ਰਹਿੰਦੇ ਆ ਲਾਈਨਸ ਦੇ ਵਿੱਚ। ਪਰ ਇੱਕ ਦੂਜੇ ਦੇ ਕੁਰਸੀਆਂ ਜੀ ਡਾਕਟਰ ਸਾਹਿਬ ਵੈਸੇ ਤੁਸੀਂ ਸੋਚ ਕੇ ਦੇਖੋ ਕਿ ਕੁਰਸੀਆਂ ਕੀ ਸੋਲੂਸ਼ਨ ਹੋਇਆ। ਇਹ ਕੋਈ ਸੋਲੂਸ਼ਨ ਨਹੀਂ ਹੈਗਾ। ਇਹ ਨਾ ਸਰਕਾਰ ਦੀ ਨਾਕਾਮੀ ਆ। ਇਹਨਾਂ ਨੂੰ ਸੁਣਨਾ ਚਾਹੀਦਾ। ਜੇ ਕੋਈ ਇਹਨਾਂ ਨੂੰ ਸਲਾਹ ਦਿੰਦੇ ਐਕਸਪਰਟਸ ਉਹਨਾਂ ਨੂੰ ਮੰਨਣਾ ਚਾਹੀਦਾ। ਕਰਕੇ ਤਾਂ ਦੇਖੋ ਤੁਸੀਂ ਜਿੱਦਾਂ ਪਹਿਲਾਂ ਵੀ ਕਿਹਾ ਕਿ ਐਕਸਟੈਂਸ਼ਨ ਵੀ ਤਾਂ ਦੇ ਹੀ ਸਕਦੇ ਸੀ। ਆਪਾਂ ਛੋਟੀ ਜੀ ਬ੍ਰੇਕ ਲੈਂਦੇ ਆ। ਬ੍ਰੇਕ ਤੋਂ ਬਾਅਦ ਵਾਪਸ ਪਰਤ ਕੇ ਅਸੀਂ ਗੱਲਬਾਤ ਕਰਨੀ ਹੈਗੀ ਆ ਜੀ ਸਾਡੇ ਗੁਆਂਢੀ US ਦੀ ਤੇ ਉੱਥੇ ਜਿਹੜੀ ਬਾਰਡਰ ਦੇ ਉੱਪਰ US ਤੇ ਜਿਹੜਾ ਮੈਕਸੀਕੋ ਦਾ ਜਿਹੜਾ ਬਾਰਡਰ ਹੈਗਾ ਕਿੰਨੀਆਂ ਜ਼ਿਆਦਾ ਉੱਥੇ ਮੌਤਾਂ ਹੋਈਆਂ ਨੇ ਇਸ ਸਾਲ।
ਰੈਕਡ ਉਹਦਾ ਟੁੱਟਿਆ। ਇੱਕ ਨਵੀਂ ਸਟੱਡੀ ਆਈ ਹੈਗੀ 2021 ਦੇ ਵਿੱਚ ਜ਼ਿਆਦਾ ਹੋਇਆ ਸਾਰਾ ਕੁਝ। ਡਾਕਟਰ ਸਾਹਿਬ ਹੁਣ ਗੱਲਬਾਤ ਕਰਦੇ ਆਂ ਅਗਲੀ ਖਬਰ ਬਾਰੇ। UN ਮਾਈਗ੍ਰੇਸ਼ਨ ਨੇ ਇੱਕ ਸਟੱਡੀ ਜਿਹੜੀ ਹੈਗੀ ਆ ਪਬਲਿਸ਼ ਕੀਤੀ ਆ। 2021 ਦੇ ਅੰਕੜੇ ਉਹਨਾਂ ਨੇ ਰਿਲੀਜ਼ ਕੀਤੇ ਆ ਤੇ ਉਹਨਾਂ ਅੰਕੜਿਆਂ ਦੇ ਮੁਤਾਬਕ US ਤੇ ਮੈਕਸੀਕੋ ਦੇ ਜਿਹੜੇ ਬਾਰਡਰ ਆ ਨਾ, ਇਹ ਦੁਨੀਆ ਦਾ ਸਭ ਤੋਂ ਜ਼ਿਆਦਾ ਘਾਤਕ ਬਾਰਡਰ ਹੈਗਾ ਤੇ ਇੱਥੇ ਬਹੁਤ ਜ਼ਿਆਦਾ ਮੌਤਾਂ ਹੋਈਆਂ ਨੇ, ਬਹੁਤ ਜ਼ਿਆਦਾ ਮੌਤਾਂ ਦਰਜ ਕੀਤੀਆਂ ਗਈਆਂ ਨੇ ਇਹਨਾਂ ਅੰਕੜਿਆਂ ਦੇ ਮੁਤਾਬਕ। ਇਸ ਪੂਰੀ ਖਬਰ ਬਾਰੇ ਆਪਣੇ ਸਰੋਤਿਆਂ ਨੂੰ ਦੱਸੋ। ਦੇਖੋ, ਆ ਪਿੱਛੇ ਜਿਹਾ ਖਬਰ ਆਈ ਸੀ ਕਿ ਨਹੀਂ, ਟੈਕਸਸ ਦੇ ਵਿੱਚ ਇੱਕ ਟ੍ਰੇਲਰ ਪਿੱਛੇ ਪਾਇਆ ਸੀ ਟਰੱਕ ਦੇ 46 ਆਈ ਥਿੰਕ, ਉਹਦੇ ਚ 53 ਬੰਦੇ 53 ਬੰਦੇ ਮਾਰੇ ਗਏ। ਹਾਂਜੀ, ਤੇ ਇਹ ਮਾਈਗ੍ਰੇਸ਼ਨ ਦਾ ਚੱਕਰ ਹੀ ਆ। 1238 ਮੌਤਾਂ ਹੋਈਆਂ ਪਿਛਲੇ ਸਾਲ, ਕੱਲੇ ਇੱਕ ਸਾਲ ਦੇ ਵਿੱਚ। ਹਾਂਜੀ, ਤੁਸੀਂ ਸਭ ਤੋਂ ਜ਼ਿਆਦਾ ਰੌਲਾ ਜੇ ਪਾਉਣ ਵਾਲੇ ਸੀ ਡੈਮੋਕ੍ਰੈਟਿਕ ਪਾਰਟੀ ਵਾਲੇ ਤੇ ਜੋ ਬਾਈਡਨ। ਹਾਂਜੀ, ਇਹਨਾਂ ਨੇ ਟਰੰਪ ਤੇ ਮਤਲਬ ਕੋਈ ਇਹੋ ਜਿਹਾ ਵਿਸ਼ਲੇਸ਼ਣ ਨਹੀਂ ਛੱਡਿਆ ਹੋਣਾ ਜਿਹੜਾ ਯੂਜ਼ ਕੀਤਾ ਹੋਵੇ, ਨਾ ਕੀਤਾ ਹੋਵੇ। ਸੌਰੀ, 1899 ਚ ਪਹਿਲਾ ਪ੍ਰੈਜ਼ੀਡੈਂਟ ਇਲੈਕਟ ਹੋਇਆ, ਉਦੋਂ ਬਾਅਦ ਅੱਜ ਤਾਈਂ ਸਭ ਤੋਂ ਵੱਧ ਮੌਤਾਂ 2021 ਦੇ ਵਿੱਚ ਹੋਈਆਂ। ਹਾਂਜੀ, ਇਹ ਜੋ ਬਾਈਡਨ ਸਾਹਿਬ ਦੀ ਪ੍ਰੈਜ਼ੀਡੈਂਸੀ ਦੇ ਅੰਡਰ ਹੋਈਆਂ। ਹਾਂਜੀ, ਤੇ ਉਹਦੇ ਹਿਸਾਬ ਨਾਲ ਦੇਖੋ, ਜਿਹੜਾ ਮੈਕਸੀਕੋ ਤੋਂ ਬਾਰਡਰ ਆਉਂਦਾ ਨਾ, ਖਾਸ ਤੌਰ ਤੇ ਉੱਥੇ ਜ਼ਿਆਦਾ ਮੌਤਾਂ ਹੋਈਆਂ। ਉਹ ਉੱਥੇ ਆਉਂਦੇ ਆ ਹੰਡੂਰਾਸ ਤੋਂ, ਨਿਕਰਾਗੁਆ ਤੋਂ, ਗੁਆਟੇਮਾਲਾ ਤੋਂ, ਈਵਨ ਸਾਊਥ ਅਮਰੀਕਾ ਦੇ ਅੱਜ ਕੱਲ੍ਹ ਜ਼ਿਆਦਾ ਵੈਨਜ਼ੂਏਲਾ ਤੋਂ ਲੋਕੀ ਆ ਰਹੇ, ਪੀਰੂ ਤੋਂ ਲੋਕੀ ਆ ਰਹੇ, ਤੇ ਉਹ ਆ ਜਾਂਦੇ ਆ ਮੈਕਸੀਕੋ ਤਾਈਂ। ਕਈ ਇੰਡੀਆ ਦੇ ਵਿੱਚ ਮੈਂ ਦੇਖਿਆ ਜਿਹੜੇ ਸਾਡੇ ਟਰੈਵਲ ਏਜੰਟਸ ਆ, ਉਹ ਬੱਚਿਆਂ ਨੂੰ ਕਈ ਜਗ੍ਹਾ ਤੋਂ ਘੁਮਾ ਕੇ ਮੈਕਸੀਕੋ ਵੜ ਦਿੰਦੇ। ਹਾਂਜੀ, ਮੈਕਸੀਕੋ ਤੋਂ ਫਿਰ ਸਮਗਲ ਕਰਦੇ ਜੀ। ਜਦੋਂ ਸਮਗਲ ਕਰਦੇ ਆ ਉਦੋਂ ਪ੍ਰੋਬਲਮ ਪੈਂਦੀ ਜੀ। ਜਿੱਦਾਂ ਇੱਕ ਤਾਂ ਵੱਡੇ ਵੱਡੇ ਟਰੱਕ ਜਿਨ੍ਹਾਂ ਦੇ ਵਿੱਚ ਪਿੱਛੇ 40-50 ਬੰਦੇ ਇੱਕਦਮ ਧੱਕ ਦੇਣੇ ਆ, ਉਹਨਾਂ ਦਾ AC ਖਤਮ ਹੋ ਗਿਆ ਸੀ ਤੇ ਉਹ ਸਾਰੇ ਮਰ ਗਏ। ਹਾਂਜੀ, ਸਾਹ ਨਹੀਂ ਆਉਂਦਾ, ਇੰਨੇ ਬੰਦੇ ਪਿੱਛੇ ਵੜੇ ਹੁੰਦੇ ਜੀ। ਫੇਰ ਕਈਆਂ ਨੇ ਛੋਟੀਆਂ ਵੈਨਸ ਲਈਆਂ ਆ, ਉਹ ਬੰਦੇ ਢੋਣ ਲਈ ਵੈਨਸ ਲਈਆਂ। ਮੈਕਸੀਕੋ ਜਾਂਦੇ ਆ, ਬੰਦੇ ਉਹ ਚ ਰੱਖਦੇ ਆ ਤੇ ਬਾਰਡਰ ਕ੍ਰਾਸ ਕਰ ਜਾਂਦੇ। ਅੱਛਾ, ਕੋਈ ਸ਼ਾਇਦ ਉਹਨਾਂ ਦੇ ਵਿੱਚੋਂ ਕਾਮਯਾਬ ਵੀ ਹੁੰਦੇ ਹੋਣੇ ਆ, ਕਿਉਂਕਿ ਸਾਰੇ ਤਾਂ ਫੜੇ ਨਹੀਂ ਜਾਂਦੇ, ਤਾਂ ਹੀ ਸਮਗਲਰ ਉਹਨਾਂ ਨੂੰ ਪੈਸੇ ਮਿਲਦੇ ਆ। ਜਦੋਂ ਉਹਨਾਂ ਨੂੰ ਮਾਈਗ੍ਰੈਂਟਸ ਨੂੰ ਇੱਧਰ ਲੈ ਆਉਂਦੇ ਆ, ਕੁਝ ਪੈਸੇ ਉੱਥੋਂ ਲੈਂਦੇ ਆ, ਕੁਝ ਫੇਰ ਗਾਹਾਂ ਉਹਨਾਂ ਨੂੰ ਸੈੱਲ ਕਰਨ ਤੇ ਮਿਲਦੇ ਆ। ਜਿਹੜੀ ਲੇਬਰ ਸੈੱਲ ਕਰਦੇ ਆ, ਉਹਨਾਂ ਨੂੰ ਦੱਸ ਦਿੰਦੇ ਆ ਕਿ ਇਸ ਬੰਦੇ ਦੇ ਇੰਨੇ ਪੈਸੇ ਮਹੀਨੇ ਦੇ ਸਾਨੂੰ ਦੇਣੇ ਤੋਂ, ਔਰ ਉਹ ਡਰਾਉਂਦੇ ਧਮਕਾਉਂਦੇ, ਉਹਨਾਂ ਦੇ ਗੈਂਗਸਟਰਸ ਹੈਗੇ ਆ। ਫੇਰ ਉੱਥੋਂ ਕਈ ਬੰਦੇ ਬਾਰਡਰ ਟੱਪ ਕੇ ਨੱਠਦੇ ਆ ਮੈਕਸੀਕੋ ਤੋਂ, ਤੇ ਉਹਦੇ ਵਿੱਚ ਐਨਕਾਊਂਟਰਸ ਬਹੁਤ ਹੁੰਦੇ, ਜਿਹੜੇ ਅਸੀਂ ਮੁਕਾਬਲੇ ਕਹਿੰਦੇ, ਪੁਲਿਸ ਮੁਕਾਬਲੇ। ਹਾਂਜੀ, ਉਹ ਸੱਚੀ ਪੁਲਿਸ ਮੁਕਾਬਲਾ ਹੁੰਦਾ ਜਾਂ ਝੂਠੀ ਹੁੰਦਾ, ਇਹ ਅੱਜ ਤਾਈਂ ਇਨਵੈਸਟੀਗੇਸ਼ਨ ਹੁੰਦੀਆਂ ਨੇ। ਜਦੋਂ ਬਹੁਤ ਚਰਚਾ ਚ ਆ ਜਾਂਦਾ ਨਾ ਕੋਈ ਕਿ ਉਹਦੀ ਮਾਈਗ੍ਰੈਂਟਸ ਜਿਹੜੇ ਹਿਊਮਨ ਰਾਈਟਸ ਕਮਿਸ਼ਨ ਵਾਲੇ ਆ, ਮਾਈਗ੍ਰੇਸ਼ਨ ਦੇ ਹੱਕ ਦੇ ਵਿੱਚ ਲੋਕੀ ਆ, ਉਹ ਮੀਡੀਆ ਕੋਲ ਖਬਰ ਲੈ ਆਉਣ ਤੇ ਇੱਕ ਅੱਧੀ ਕਿਤੇ ਇਨਵੈਸਟੀਗੇਸ਼ਨ ਹੋ ਜਾਂਦੀ ਹੈ। ਪਰ ਪਿਛਲੇ 91 ਸਾਲਾਂ ਦੇ ਵਿੱਚ ਇੱਕ ਵੀ ਬਾਰਡਰ ਗਾਰਡ ਜਿਹੜਾ US ਦੇ ਵਿੱਚ ਕਨਵੈਕਟ ਨਹੀਂ ਹੋਇਆ, ਤੇ ਬੰਦੇ ਕਈ 100 ਮਰ ਚੁੱਕੇ ਆ। ਹਾਂਜੀ, ਅਸੀਂ ਗੱਲ ਕਰਦੇ ਨੇ ਝੂਠਾ ਪੁਲਿਸ ਮੁਕਾਬਲਾ ਬਣਾਤਾ। ਇਹਨਾਂ ਦੇ ਵੀ ਪੁਲਿਸ ਮੁਕਾਬਲੇ ਬਣਦੇ ਆ, ਇਹ ਕਰਕੇ ਹਮੇਸ਼ਾ ਹੀ ਉਹੀ ਸਟੋਰੀ ਹੁੰਦੀ ਆ ਕਿ ਬੱਚੇ ਨੂੰ ਅਸੀਂ ਚੇਤਾਵਨੀ ਦਿੱਤੀ, ਉਹ ਨੱਠਿਆ, ਉਹ ਸਾਡੀ ਗੱਲ ਨਹੀਂ ਸੁਣੀ, ਅਸੀਂ ਪਿੱਛੋਂ ਫਿਰ ਸ਼ੂਟ ਕਰ ਦਿੱਤਾ। ਤਕਰੀਬਨ ਇਹੀ ਗੱਲ ਹੁੰਦੀ ਹੈ। ਹਾਂਜੀ, ਸਾਰਿਆਂ ਦੀ ਇੱਕ ਪੇਪਰ ਟਾਈਪ ਕਰਕੇ ਰੱਖਿਆ, ਉਹਨੂੰ ਕਾਪੀ ਕਰੀ ਜਾਂਦੇ ਜੀ, ਤੇ ਉਹਦੀ ਇਨਵੈਸਟੀਗੇਸ਼ਨ ਹੋਊਗੀ ਤਾਂ ਪਤਾ ਲੱਗੂਗਾ। ਹਾਂਜੀ, ਤੇ ਉਹਨਾਂ ਦੀ ਐਡਮਿਨਿਸਟ੍ਰੇਸ਼ਨ ਦੇ ਇੱਕ ਪਿੱਛੇ ਜਾਏ ਪੈਂਡੈਮਿਕ ਦੇ ਕਰਕੇ ਡੋਨਲਡ ਟਰੰਪ ਉਹਨਾਂ ਨੇ ਇੱਕ ਕਾਨੂੰਨ ਪਾਸ ਕੀਤਾ ਸੀ। ਵੈਸੇ ਨਾਰਮਲੀ ਜਿਹੜਾ ਕਾਨੂੰਨ ਆ US ਦਾ ਇਹ ਆ ਕਿ ਜੇ ਤੁਸੀਂ ਇੱਥੇ ਆ ਕੇ ਡਿਕਲੇਅਰ ਕਰਦੇ ਕਿ ਅਸੀਂ ਰਿਫਿਊਜੀ ਬਣਨਾ, ਤਾਂ ਤੁਹਾਨੂੰ ਰਿਫਿਊਜੀ ਸਟੇਟਸ ਦੀ ਸੁਣਵਾਈ ਜ਼ਰੂਰ ਹੋਣੀ ਚਾਹੀਦੀ। ਉਸ ਤੋਂ ਬਾਅਦ ਲਿਆ ਕੇ ਜੇਲ੍ਹ 'ਚ ਦਿੰਦੇ, ਡਿਟੈਂਸ਼ਨ ਹੈਗੀ ਆ। ਉਸ ਡਿਟੈਂਸ਼ਨ ਦੇ ਵਿੱਚੋਂ ਜੇ ਕੋਈ, ਜਦੋਂ ਤੁਹਾਡਾ ਵਕੀਲ ਹੈਗਾ ਉਹ ਛੁਡਾ ਕੇ ਲੈ ਜਾਂਦਾ, ਤੇ ਫਿਰ ਫਾਈਲ ਕਰਦੇ ਆ ਤੁਸੀਂ ਰਿਫਿਊਜੀ ਸਟੇਟਸ ਲਈ। ਉਹ ਪਾਲਿਸੀ ਇਹਨਾਂ ਨੇ ਥੋੜੇ ਚਿਰ ਲਈ ਆਰਡੀਨੈਂਸ ਜਾਰੀ ਕੀਤਾ ਸੀ
ਕਿ ਜਿੰਨਾ ਚਿਰ ਪੈਂਡੈਮਿਕ ਆ ਉਹਨਾਂ ਚਿਰ ਅਸੀਂ ਮਾਈਗ੍ਰੈਂਟਸ ਮੋੜ ਦੇਣੇ ਆ ਬਿਨਾਂ ਹੀ ਰੈਫਿਊਜੀ ਸਟੇਟਸ ਡਿਕਲੇਅਰ ਕਰਨ ਤੋਂ। ਜੇ ਉਹਨਾਂ ਨੇ ਕੀਤਾ ਹੈ ਉਹਨਾਂ ਨੂੰ ਕਹਿਣਾ ਤੂੰ ਮੁੜ ਕੇ ਚਲ ਜਾ ਮੈਕਸੀਕੋ, ਉੱਥੇ ਜਾ ਕੇ ਅਪਲਾਈ ਕਰ। ਇਹ ਪਿਛਲਾ ਜਦੋਂ ਇਲੈਕਸ਼ਨ ਹੋਈ ਹੈ 2020 ਦੀ, ਇਹ ਇਹਨਾਂ ਨੇ ਮੈਕਸੀਕਨ ਜਿਹੜੀ ਹਿਸਪੈਨਿਕ ਵੋਟਾਂ ਲੈਣ ਲਈ ਡੈਮੋਕ੍ਰੈਟਿਕ ਪਾਰਟੀ ਨੇ ਧੂਆਂਧਾਰ ਪ੍ਰਚਾਰ ਕੀਤਾ ਉਹਦੇ ਲਾਅ ਦੇ ਖਿਲਾਫ, ਆਰਡੀਨੈਂਸ ਦੇ ਖਿਲਾਫ। ਅੱਜ ਤਾਈਂ ਉਹ ਆਰਡੀਨੈਂਸ ਜਿਹੜਾ ਟਰੰਪ ਨੇ ਕੀਤਾ ਸੀ ਉਹ ਲਾਗੂ ਆ। ਇਹਨਾਂ ਨੂੰ ਕਿੰਨਾ ਚਿਰ ਹੋ ਗਿਆ? ਹਾਂਜੀ, ਕਹਿਣ ਦੇ ਇਹਨਾਂ ਦੀ ਉਹੀ ਗੱਲ ਹੈ ਨਾ, ਹਾਥੀ ਦੇ ਦੰਦ ਦਿਖਾਉਣ ਲਈ ਹੋ ਰਿਹਾ ਤੇ ਖਾਣ ਲਈ ਹੋ ਰਿਹਾ। ਹਾਂਜੀ, CNN ਦਾ ਰਿਪੋਰਟਰ ਤਾਂ ਹੀ ਕਹਿੰਦਾ, ਜਿਹੜਾ CEO ਇਹ ਤਾਂ ਹੀ ਕਹਿੰਦਾ ਸੀ ਕਿ ਤੁਸੀਂ ਬਿਗ ਲਾਈ ਯੂਜ਼ ਕਰਨਾ ਬੰਦ ਕਰ ਦਿਓ ਸ਼ਬਦ, ਕਿਉਂਕਿ ਡੈਮੋਕ੍ਰੈਟਿਕ ਪਾਰਟੀ ਵਾਲੇ ਜੋ ਕਹਿੰਦੇ ਆ ਤਾਂ ਜੋ ਕਰਦੇ ਆ ਇਹ ਵੀ ਬਿਗ ਲਾਈ ਹੈ। ਹਾਂਜੀ, ਇਹਨਾਂ ਦੀ ਕਹਿਣੀ ਤੇ ਕਥਨੀ ਚ ਬਹੁਤ ਜ਼ਿਆਦਾ ਫਰਕ ਹੈ। ਹਾਂਜੀ, ਬਿਲਕੁਲ ਡਾਕਟਰ ਸਾਹਿਬ, ਤੁਸੀਂ ਸਹੀ ਕਿਹਾ ਕਿ ਜੋ ਇਹ ਕਹਿੰਦੇ ਆ ਉਹ ਕਰਦੇ ਨਹੀਂ ਹੈਗੇ। ਪਰ ਦੇਖੋ ਤੁਸੀਂ ਜਿਸ ਤਰੀਕੇ ਦੇ ਨਾਲ ਹੁਣ ਇਲੀਗਲ ਇਮੀਗ੍ਰੈਂਟਸ ਉੱਥੇ ਬਾਰਡਰ ਕ੍ਰਾਸ ਕਰਕੇ ਜਾਂਦੇ ਆ, ਇਸ ਰਿਪੋਰਟ ਆਉਣ ਤੋਂ ਬਾਅਦ ਹੀ, ਵੈਸੇ ਤਾਂ ਆਪਾਂ ਨਿਊਜ਼ 'ਚ ਉਦਾਂ ਵੀ ਦੇਖਦੇ ਰਹਿੰਦੇ ਆ, ਡਿਸਕਸ ਕਰਦੇ ਰਹਿੰਦੇ ਆ ਟਾਈਮ ਟੂ ਟਾਈਮ ਜਦੋਂ ਕੋਈ ਇਨਸੀਡੈਂਟਸ ਹੁੰਦੀਆਂ ਨੇ। ਔਰ ਖਾਸ ਤੌਰ ਤੇ ਮੈਂ ਦੇਖਿਆ ਕਿ ਪੰਜਾਬ ਦੇ ਵਿੱਚ ਇੰਨਾ ਇਲਮ ਨਹੀਂ ਲੋਕਾਂ ਨੂੰ, ਕਿ ਕਈ ਸੋਚਦੇ ਆ ਕਿ ਅਸੀਂ ਮੈਕਸੀਕੋ ਚਲ ਜਾਣਾ, ਉੱਥੋਂ ਸਮਗਲ ਕਰਕੇ ਉਹਨਾਂ ਨੂੰ ਲੈ ਜਾਣਾ। ਉਹ ਸਮਗਲਿੰਗ ਬਹੁਤ ਮਹਿੰਗੀ ਪੈ ਸਕਦੀ, ਤੁਸੀਂ ਮਰ ਵੀ ਸਕਦੇ ਆ। ਦੇਖੋ ਉਹਨਾਂ ਨੂੰ ਨਾ ਏਜੰਟਸ ਵੱਲੋਂ ਖੁਆਬ ਦਿਖਾ ਦਿੱਤੇ ਜਾਂਦੇ ਆ ਵੱਡੇ ਵੱਡੇ, ਉਹਨਾਂ ਨੂੰ ਸਿਰਫ ਇੰਨਾ ਦੱਸ ਦਿੱਤਾ ਜਾਂਦਾ ਕਿ ਉਹਨਾਂ ਨੂੰ ਲੱਗਦਾ ਕਿ ਬਹੁਤ ਈਜ਼ੀ ਆ ਬਾਰਡਰ ਕ੍ਰਾਸ ਕਰਵਾ ਦੇਣਾ, ਉਹਨਾਂ ਦੀ ਰਿਸਪੌਂਸਿਬਿਲਿਟੀ ਆ। ਬਟ ਐਕਚੁਅਲੀ ਜਦੋਂ ਇੱਥੇ ਆ ਕੇ ਫੇਸ ਕਰਦੇ ਚੀਜ਼ਾਂ, ਦੇਖੋ ਆਪਣੀ ਜਾਨ ਦੀ ਕੀਮਤ ਦੇਣੀ ਪੈਂਦੀ ਹੈ। ਵਿੱਚ ਬੱਚੇ ਵੀ ਹੁੰਦੇ ਆ ਡਾਕਟਰ ਸਾਹਿਬ, ਔਰਤਾਂ ਵੀ ਹੁੰਦੀਆਂ ਨੇ। ਇਹਨਾਂ ਦੇ ਵਿੱਚੋਂ ਬਹੁਤ ਬੰਦੇ ਇਸ ਕਰਕੇ ਮਰੇ ਆ ਕਿ ਜੇ ਤੁਹਾਨੂੰ ਮੈਡੀਕਲ ਟ੍ਰੀਟਮੈਂਟ ਦੀ ਲੋੜ ਪੈ ਜਾਂਦੀ ਹੈ ਨਾ, ਇੱਕ ਕ੍ਰਾਸ ਕਰਕੇ, ਤੁਸੀਂ ਭਾਵੇਂ ਡਿਕਲੇਅਰ ਵੀ ਕੀਤਾ ਹੋਵੇ ਕਿ ਰੈਫਿਊਜੀ ਸਟੇਟਸ ਲੈਣਾ, ਜੇ ਉੱਥੇ ਬੈਠੇ ਬੈਠੇ ਬੰਦੇ ਨੂੰ ਕੋਈ ਹਾਰਟ ਅਟੈਕ ਹੋ ਜਾਂਦਾ, ਕੋਈ ਇਸ ਤਰ੍ਹਾਂ ਦੀ ਭਿਆਨਕ ਖਬਰ ਆ ਜਾਂਦੀ, ਉਹ ਕਹਿੰਦੇ ਕਿ ਬਹੁਤੇ ਬੰਦੇ ਇਸ ਕਰਕੇ ਮਰ ਗਏ ਕਿ ਉਹਨਾਂ ਨੂੰ ਮੈਡੀਕਲ ਟ੍ਰੀਟਮੈਂਟ ਨਹੀਂ ਦਿੱਤੀ ਇਹਨਾਂ ਨੇ ਔਨ ਟਾਈਮ। ਅਗਲਾ ਕਹਿੰਦਾ ਕਿ ਮੇਰੀ ਬਾਂਹ ਦੇ ਵਿੱਚ ਦਰਦ ਹੋ ਰਿਹਾ, ਮੈਨੂੰ ਸਾਹ ਨਹੀਂ ਆ ਰਿਹਾ। ਹਾਂਜੀ, ਤੇ ਉਹ ਇਮੀਗ੍ਰੇਸ਼ਨ ਆਫੀਸਰ ਪਤਾ ਕਿੱਦਾਂ ਪੈਂਦੇ ਉਹਨੂੰ, ਕਹਿੰਦਾ ਚੁੱਪ ਕਰਕੇ ਬਹਿ ਜਾ ਉੱਥੇ। ਤੁਸੀਂ ਦੇਖਿਆ ਹੋਣਾ ਕਸਟਮ ਬਾਰਡਰ ਪੈਟਰੋਲ ਵਾਲੇ ਜਿਹੜੇ US ਵਾਲੇ ਆ, ਇਹ ਬਹੁਤ ਸਖਤੀ ਨਾਲ ਪੇਸ਼ ਆਉਂਦੇ ਆ। ਹਾਂਜੀ, ਔਰ ਇਸ ਕਰਕੇ ਪੇਸ਼ ਆਉਂਦੇ ਕਿ ਤੁਹਾਡੇ ਤੋਂ ਕੋਈ ਰਾਈਟ ਹੈ ਨਹੀਂ ਉਸ ਵੇਲੇ ਜੀ। ਤੁਸੀਂ ਉਹਨਾਂ ਨੂੰ ਸਬਮਿਸ਼ਨ ਕੀਤੀ ਆ, ਮੈਂ ਤੁਹਾਡਾ ਬਾਰਡਰ ਕ੍ਰਾਸ ਕਰਨਾ ਹੈ, ਫਿਰ ਉਹਨਾਂ ਦੀ ਚੱਲਦੀ ਆ, ਉਹਨਾਂ ਨੂੰ ਕੋਈ ਇਨਵੈਸਟੀਗੇਸ਼ਨ ਨਹੀਂ ਕਰਦਾ। ਕਸਟਮ ਤੇ ਬਾਰਡਰ ਪੁਲਿਸ ਫੋਰਸਿਸ ਦੇ ਵਿੱਚੋਂ ਪਿਛਲੇ 91 ਸਾਲਾਂ ਦੇ ਵਿੱਚ ਇੱਕ ਵੀ ਬੰਦਾ ਕਨਵਿਕਟ ਨਹੀਂ ਹੋਇਆ। ਹਾਂਜੀ ਡਾਕਟਰ ਸਾਹਿਬ, ਇਹ ਬਹੁਤ ਵੱਡਾ ਸਵਾਲ ਆ। ਵੈਸੇ ਜਿਵੇਂ ਬਾਕੀ ਰਿਪੋਰਟਰਸ ਕਈ ਵਾਰੀ ਹੁਣ ਇਨਵੈਸਟੀਗੇਟਿਵ ਜਰਨਲਿਜ਼ਮ ਕਰ ਲੈਂਦੇ ਆ, ਹੋ ਸਕਦਾ ਕਿ ਜੇ ਕੋਈ ਬੰਦਾ ਇੱਥੇ ਕਰੇ ਤਾਂ ਕੁਝ ਸਾਹਮਣੇ ਆਵੇ, ਪਰ ਅਦਰਵਾਈਜ਼ ਤਾਂ ਕੋਈ, ਜੇ ਹੁਣ ਇੰਨੇ ਸਾਲਾਂ ਦੇ ਵਿੱਚ ਨਹੀਂ ਸਾਹਮਣੇ ਆਇਆ ਤਾਂ ਪਤਾ ਨਹੀਂ ਅੱਗੇ ਵੀ, ਮੈਨੂੰ ਲੱਗਦਾ ਨਹੀਂ ਕੁਝ ਹੋਊਗਾ। ਤੇ ਪ੍ਰੋਗਰਾਮ ਦਾ ਹਾਂਜੀ, ਪ੍ਰੋਗਰਾਮ ਦਾ ਸਮਾਂ ਹੀ ਸਮਾਪਤ ਹੋ ਰਿਹਾ। ਅੱਜ ਦਾ ਵਿਚਾਰ ਹੈ ਡਾਕਟਰ ਸਾਹਿਬ ਕਿ ਗਰੀਬ ਨੂੰ ਮੁਰਗਾ ਉਦੋਂ ਖਾਣ ਨੂੰ ਮਿਲਦਾ ਜਦੋਂ ਉਹ ਖੁਦ ਬਿਮਾਰ ਹੋਵੇ ਤੇ ਜਾਂ ਫਿਰ ਮੁਰਗਾ ਬਿਮਾਰ ਹੋਵੇ। ਇਸੇ ਨੋਟ ਤੇ ਅਸੀਂ ਅੱਜ ਦੇ ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ ਕਰਦੇ ਹਾਂ। ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ ਸਾਨੂੰ ਦੱਸਣਾ ਜ਼ਰੂਰ, ਤੁਹਾਡੀ ਫੀਡਬੈਕ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ। ਪ੍ਰੋਗਰਾਮ 'ਚ ਸਾਥ ਦੇਣ ਲਈ ਬਹੁਤ ਬਹੁਤ ਸ਼ੁਕਰੀਆ।